ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਨਾਰਥ ਅਮਰੀਕਾ ਨਿਊਜ਼ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ ਤੇ। ਅਮਰੀਕਾ ਵਿੱਚ ਰਹਿੰਦੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਜਨਗਣਨਾ ਦੇ ਲਈ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਹੈ ਕੈਂਪੇਨ। ਰਿਚਮੰਡ ਹਿਲ ਇਲਾਕੇ ਵਿੱਚ ਪੰਜਾਬੀਆਂ ਨੂੰ ਕੀਤਾ ਗਿਆ ਉਤਸ਼ਾਹਿਤ। ਨਿਊਯਾਰਕ ਦੇ ਗੁਰੂ ਘਰ ਸੰਤ ਸਾਗਰ ਵਿਖੇ ਹੋਈ ਇਕੱਤਰਤਾ। ਪੰਜਾਬ ਵਿੱਚ ਇਸ ਵੇਲੇ ਦੇ ਬਦਲਦੀ ਹੋਈ ਰਾਜਨੀਤਿਕ ਹਾਲਾਤਾਂ ਅਤੇ ਕਿਸਾਨੀ ਸੰਕਟ ਤੇ ਹੋਈ ਚਰਚਾ। ਵੱਖ-ਵੱਖ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਤੇ ਵਿਖਾਇਆ ਜਾਵੇਗਾ ਜਲਦ ਹੀ ਸਿੱਧਾ ਪ੍ਰਸਾਰਣ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸਾਂਝੀ ਕੀਤੀ ਖੁਸ਼ੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਵਿੱਚ ਰਹਿੰਦੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਜਨਗਣਨਾ ਦੇ ਲਈ ਉਤਸ਼ਾਹਿਤ ਕਰਨ ਲਈ ਖਾਸ ਤੌਰ ਤੇ ਕੈਂਪੇਨ ਚਲਾਈ ਜਾ ਰਹੀ ਹੈ, ਜਿਸ ਵਿੱਚ ਉਹਨਾਂ ਨੂੰ ਆਪਣੀ ਗਿਣਤੀ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਇਸ ਦੀ ਲੜੀ ਵਿੱਚ ਖਾਸ ਤੌਰ ਤੇ ਪੰਜਾਬੀਆਂ ਦੇ ਗੜ੍ਹ ਕਹੇ ਜਾਂਦੇ ਰਿਚਮੰਡ ਹਿਲ ਇਲਾਕੇ ਵਿੱਚ ਇੱਕ ਕੈਂਪੇਨ ਕਰਵਾਈ ਗਈ, ਜਿਸ ਦੇ ਨਾਲ ਪੰਜਾਬੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਵੀ ਆਪਣੀ ਗਿਣਤੀ ਕਰਵਾਉਣ। ਪੇਸ਼ ਹੈ ਮਨੀਸ਼ ਬਯਾਲਾ ਦੀ ਇੱਕ ਖਾਸ ਰਿਪੋਰਟ। ਅਮਰੀਕਾ ਵਿੱਚ ਮੌਜੂਦਾ ਸਮੇਂ ਵਿੱਚ ਜਨਗਣਨਾ ਨੂੰ ਲੈ ਕੇ ਕਾਫੀ ਜਥੇਬੰਦੀਆਂ ਸਰਗਰਮ ਨੇ, ਪਰ ਪਿਛਲੇ ਦਿਨੀ ਜਦੋਂ ਨਿਊਯਾਰਕ ਦੇ ਖਾਸ ਤੌਰ ਤੇ ਮੇਅਰ ਆਫਿਸ ਵੱਲੋਂ ਇੱਕ ਡਾਟਾ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਸਾਊਥ ਏਸ਼ੀਅਨ ਭਾਈਚਾਰਾ ਸਿਰਫ 51% ਹੀ ਆਪਣੀ ਗਿਣਤੀ ਕਰਵਾ ਚੁੱਕਾ ਹੈ ਅਤੇ ਬਾਕੀ ਤਕਰੀਬਨ 49% ਲੋਕਾਂ ਨੇ ਅਜੇ ਤੱਕ ਆਪਣੀ ਗਿਣਤੀ ਨਹੀਂ ਕਰਵਾਈ, ਤਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਚਿੰਤਤ ਨੇ। ਇਸ ਮੌਕੇ ਖਾਸ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲ ਕਰਦੇ ਹੋਏ ਇਨ੍ਹਾਂ ਸੰਸਥਾਵਾਂ ਦੇ ਮੁਖੀਆਂ ਨੇ ਆਪਣੀ ਚਿੰਤਾ ਵਿਅਕਤ ਕੀਤੀ ਅਤੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਕਿਰਪਾ ਕਰਕੇ ਉਹ ਆਪਣੀ ਗਿਣਤੀ ਕਰਵਾਉਣ ਤਾਂ ਜੋ ਉਹਨਾਂ ਦੇ ਇਲਾਕੇ ਵਿੱਚ ਬਣਦੇ ਫੰਡ ਆ ਸਕਣ ਤੇ ਇਲਾਕੇ ਦੀ ਡਿਵੈਲਪਮੈਂਟ ਸਹੀ ਤਰੀਕੇ ਨਾਲ ਹੋ ਸਕੇ। ਮੇਰੇ ਨਾਲ ਇਸ ਵੇਲੇ ਹੈਗੇ ਨੇ ਇਮਿਤਾ ਨਾਰਾਇਣਨ, ਜਿਹੜੇ ਕਿ ਸਾਧਨਾ ਇੱਕ NGO ਹੈਗੀ ਆ, ਉਹਨੂੰ ਰਿਪਰੈਜ਼ੈਂਟ ਕਰ ਰਹੇ ਨੇ। ਤੇ ਇਸ ਵੇਲੇ ਕਹਿ ਸਕਦੇ ਕਿ ਅਸੀਂ ਰਿਚਮੰਡ ਹਿਲ ਦੇ ਵਿੱਚ ਹੈਗੇ ਹਾਂ, ਜਿੱਥੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਪਲੀਜ਼ ਆਪਣੇ ਆਪ ਨੂੰ ਸੈਂਸਸ ਦੇ ਵਿੱਚ ਜਿਹੜਾ ਰਿਪੋਰਟ ਕਰਾਓ, ਕਿਉਂਕਿ ਜ਼ਰੂਰੀ ਹੈਗਾ। ਸੋ ਅਸੀਂ ਵੇਖਦੇ ਹਾਂ ਕਿਉਂਕਿ ਇਹ ਹਿੰਦੂਸ ਨੂੰ ਜਿਹੜਾ ਰਿਪਰੈਜ਼ੈਂਟ ਕਰ ਰਹੇ ਨੇ, ਹਿੰਦੂਸ ਕਮਿਊਨਿਟੀ ਨੂੰ ਜਿਹੜਾ ਉਹ ਬਾਰ-ਬਾਰ ਕਹਿ ਰਹੇ ਨੇ ਕਿ ਤੁਸੀਂ ਯੂ ਹੈਵ ਟੂ ਕਮ ਆਊਟ। ਸੋ ਨਾਰਾਇਣ, ਵੈਲਕਮ ਟੂ ਚੜ੍ਹਦੀ ਕਲਾ। Thank you so much for having me on the program. Okay. So right now we saw the US government this time spend millions of dollars to just encourage the people, please come out and report yourself. And there are so many if and buts right now, and due to the coronavirus people are also not coming out. So what you are saying about that? So you're talking about census, right? And why people are not coming out. So I think that people, their priorities have shifted because of the coronavirus, because of the pandemic. Everybody is struggling, especially in immigrant communities like ours. I am Indo-Caribbean. My parents are from Guyana. Another thing I want to note is that a lot of our people are undocumented and they're really scared. They don't want to fill out a form where they don't know where their information is going to be going, especially given that this form is being promoted by the federal government. They're even more afraid. And so what it really boils down to is people like me, people like you, people who are trusted community partners, people in the media who are from the particular community, to start to destigmatize the census, to destigmatize the myths around the census being used against you. This information is 100% safe, 100% confidential. It's only used for statistical purposes. It's not going to be used against you for any reason. But I do think that a big part of this is the understandable fear that our community members have. But I will say that once I talk to my community members about the importance of the census, they do understand and they do fill out the form eventually. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਂਸਸ ਮਰਦਮਸ਼ੁਮਾਰੀ ਜਨਗਣਨਾ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਸਾਡੇ ਸਾਊਥ ਏਸ਼ੀਆ ਦੇ ਵਿੱਚ ਘਰਾਂ 'ਚ ਆ ਕੇ ਅਸੀਂ ਘਰ ਬੈਠਦੇ ਸੀ ਇੱਕ ਦਿਨ, ਉਦਣ ਸਾਡੇ ਘਰ ਦੇ ਵਿੱਚ ਆ ਕੇ ਗਿਣਤੀ ਹੁੰਦੀ ਸੀ ਤੁਹਾਡੇ ਕਿੰਨੇ ਬੰਦੇ ਰਹਿੰਦੇ ਆ, ਕੀ ਉਮਰ ਆ, ਕੀ ਕਰਦੇ ਆ। ਅਮਰੀਕਾ ਦੇ ਵਿੱਚ ਉਹ ਪ੍ਰੋਸੈਸ ਆ ਜਿਹੜੀ ਉਹ ਕੰਪਿਊਟਰ ਦੇ ਥਰੂ ਹੁੰਦੀ ਆ। ਤੁਹਾਡੇ ਘਰ ਨੋਟਿਸ ਆਉਂਦੇ ਆ, ਇੱਕ ਨਹੀਂ, ਦੋ ਨਹੀਂ, ਤਿੰਨ ਨੋਟਿਸ। ਉਹ ਤੋਂ ਬਾਅਦ ਫਾਰਮ ਵੀ ਆਏ ਆ, ਉਹ ਤੋਂ ਬਾਅਦ ਤੁਹਾਡੇ ਡੋਰ ਦੇ ਉੱਤੇ ਨਾਕ ਵੀ ਕਰ ਰਹੇ ਹੈਗੇ ਬੰਦੇ। ਇੰਨਾ ਕੁਛ ਕਰਨ ਦੇ ਬਾਵਜੂਦ ਵੀ ਅਸੀਂ ਰਿਚਮੰਡ ਹਿਲ, ਓਜ਼ੋਨ ਪਾਰਕ, ਸਾਊਥ ਓਜ਼ੋਨ ਪਾਰਕ, ਬੈਲਰੋਜ਼, ਫਲੋਰਲ ਪਾਰਕ ਏਰੀਆ, ਵੀ ਆਰ ਸਟਿਲ ਐਟ ਲੈਸ ਦੈਨ 51%। ਜਿਹਦਾ ਮਤਲਬ ਇਹ ਆ ਵੀ 100 ਬੰਦਿਆਂ ਦੇ ਵਿੱਚੋਂ ਸਿਰਫ 51 ਬੰਦਿਆਂ ਨੇ ਆਪਣੇ ਆਪ ਨੂੰ ਇਸ ਵੇਲੇ ਰਜਿਸਟਰ ਕੀਤਾ। ਲੈਟਸ ਟਾਕ ਅਬਾਊਟ ਫਾਈਨੈਂਸ਼ੀਅਲ ਇੰਪਲੀਕੇਸ਼ਨ। ਵੀ ਇਹਦਾ ਘਾਟਾ ਕੀ ਪੈਣਾ। $750 billion with a B
ਗੌਰਮੈਂਟ ਹਰ ਸਾਲ ਸਪੈਂਡ ਕਰਦੀ ਆ ਔਨ ਉਹ ਜਿਹੜੀ ਮਨੀ ਆ 300 ਲੈਟਸ ਸੇ 350 ਮਿਲੀਅਨ ਲੋਕੀ ਹੈਗੇ ਆ। ਹਰ ਇੱਕ ਬੰਦੇ ਨੂੰ ਜੇ ਆਮ ਜਸਟ ਥਰੋਇੰਗ ਦਾ ਨੰਬਰ ਲੈਟਸ ਸੇ ਜੇ $15,000 ਇੱਕ ਬੰਦੇ ਦੇ ਹਿੱਸੇ ਆਉਂਦਾ, ਉਹ ਬੰਦਾ ਜੇ ਨਹੀਂ ਕਾਊਂਟ ਹੁੰਦਾ ਕਿਉਂਕਿ ਮੁੜ ਕੇ ਹੁਣ 2030 'ਚ ਹੋਣਾ 10 ਸਾਲ ਵਾਸਤੇ ਇੱਕ ਬੰਦੇ ਦੇ ਮਗਰ ਵੀ ਆਰ ਲੂਜ਼ਿੰਗ $1.5 ਲੱਖ, 100 ਦੇ ਮਗਰ ਵੀ ਆਰ ਲੂਜ਼ਿੰਗ 1.5 ਮਿਲੀਅਨ ਐਂਡ ਯੂ ਕੈਨ ਕਾਊਂਟ ਔਨ। ਜੇ 50 ਬੰਦੇ ਸਿਰਫ ਗਿਣਤੀ ਹੋਈ ਆ, ਅਸੀਂ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਲੂਜ਼ ਕਰ ਰਹੇ ਹਾਂ। ਅਸੀਂ ਕੰਪਲੇਂਟ ਕਰਦੇ ਹਾਂ ਜੀ ਸਾਡੇ ਕੋਲ ਹਸਪਤਾਲ ਹੈ ਨਹੀਂ ਗੇ, ਸਾਡੇ ਸਕੂਲ ਓਵਰ ਕਰਾਊਡਡ ਆ, ਨਿਆਣਿਆਂ ਕੋਲ ਕਿਤਾਬਾਂ ਹੈ ਨਹੀਂ ਗੀਆਂ, ਸਮਾਰਟ ਬੋਰਡ ਹੈ ਨਹੀਂ ਗੇ, ਟਰਾਂਸਪੋਰਟੇਸ਼ਨ ਹੈ ਨਹੀਂ, ਸੜਕਾਂ ਟੁੱਟੀਆਂ ਹੋਈਆਂ। ਸੈਂਸਸ ਤੋਂ ਸ਼ੁਰੂ ਹੋਣਾ ਆ, ਸੈਂਸਸ ਤੇ ਹੀ ਸ਼ੁਰੂ ਹੋਣਾ ਆ। ਜਿੰਨੀ ਉੱਚੀ ਬਿਲਡਿੰਗ ਖੜੀ ਕਰਨੀ ਹੋਵੇ ਨੀਆਂ ਉਨੀਆਂ ਮਜ਼ਬੂਤ ਰੱਖਣੀਆਂ ਪੈਂਦੀਆਂ ਔਰ ਸਾਡੀ ਜਿਹੜੀ ਨੀਂਹ ਆ ਉਹ ਸੈਂਸਸ ਆ। ਸੈਂਸਸ ਦੇ ਬੇਸ ਦੇ ਉੱਤੇ ਅਸੀਂ ਇਲੈਕਸ਼ਨਾਂ ਲੜਨੀਆਂ, ਸਾਡੇ ਡਿਸਟ੍ਰਿਕਟ ਬਣਨੇ ਆ। ਅਸੀਂ ਜਾਂ ਗੱਲਾਂ ਕਰਦੇ ਆ ਜੀ ਅਮਰੀਕਾ ਆਪਣਾ ਕੈਨੇਡਾ ਦੇਖ ਲਓ, ਇੰਡੀਆ ਦੇਖ ਲਓ, ਇੰਗਲੈਂਡ ਦੇਖ ਲਓ, ਉਹਨਾਂ ਦਾ ਪੋਲੀਟੀਕਲ ਸਿਸਟਮ ਡਿਫਰੈਂਟ ਆ। ਅਮਰੀਕਾ ਦਾ ਸਿਸਟਮ ਹੈ ਜਿਹੜਾ ਸੈਂਸਸ ਕਰੋਗੇ ਤੁਹਾਡੇ ਡਿਸਟ੍ਰਿਕਟ ਕ੍ਰੀਏਟ ਹੋਣਗੇ, ਤੁਹਾਡੇ ਬੰਦੇ ਰਨ ਕਰਨਗੇ ਔਰ ਤੁਸੀਂ ਫਿਰ ਜਿੱਤੋਗੇ ਔਰ ਤੁਸੀਂ ਆਪਣੇ ਸਰਦਾਰ ਔਰ ਇੰਡੋ ਕੈਰੀਬੀਅਨ ਜਿਹੜੇ ਹੈਗੇ ਆ ਉਹਨਾਂ ਨੂੰ ਜੁਦੀਆਂ ਸੀਟਾਂ ਦੇ ਵਿੱਚ ਦੇਖੋਗੇ। ਇੱਥੋਂ ਤੱਕ ਕਿ dream is to have somebody down the road into the White House. That's the dream that we should be dreaming, everybody, and that starts right here on the census. Vaheguru Ji ka Khalsa, Vaheguru Ji ki Fateh. I want to encourage you to ask 10 people you know to fill out the census today and every day for the next 10 days. So 10 is our magic number. So as Amit said, I've been doing work in this community for 20 years. And I've also done a great deal of work across New York City. And I can tell you that as somebody who's been fighting for social services in this community, ਭਲਵਾਨ ਜੀ ਅਗਰ ਗੱਲ ਕਰੀਏ ਤੇ ਆਪਣੇ ਪਿੰਡਾਂ 'ਚ ਆਮ ਹੁੰਦਾ ਕਿ ਜੇ ਵੱਡਾ ਪਿੰਡ ਹੋ ਜਾਏ ਤਾਂ ਕਹਿੰਦੇ 2 ਸਰਪੰਚ ਜਿਹੜੇ ਐਤਕੀ ਕਰ ਲਓ। ਸਾਡੇ ਇੱਥੇ ਸਰਕਾਰ ਕਹਿੰਦੀ ਪਈ ਵੀ ਆਪਣੇ ਪਿੰਡ ਵਾਲੇ ਦੱਸ ਦਿਓ ਵੀ ਤੁਹਾਡੇ ਕਿੰਨੇ ਹੈਗੇ ਨੇ, ਸਾਡੇ ਵਾਲੇ ਬਾਹਰ ਹੀ ਨਹੀਂ ਜਾਂਦੇ ਪਏ, ਕੀ ਕਵਾਂਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਜਨਗਣਨਾ ਦੱਸ ਰਹੇ ਨੇ, ਇਸ ਘਰਾਂ ਦੇ ਵਿੱਚ ਵੀ ਇਹਨਾਂ ਨੇ ਫਾਰਮ ਭੇਜੇ ਨੇ। ਇਹ ਜਿੰਨੀ ਮਿਹਨਤ ਇਹ ਕਰ ਰਹੇ ਨੇ, ਸਾਡੇ ਇੰਡੀਆ ਦੇ ਵਿੱਚ ਇੱਦਾਂ ਵੀ ਹੁੰਦਾ ਸੀ ਕਿ ਪਹਿਲਾਂ ਘਰਾਂ ਦੇ ਵਿੱਚ ਆਉਂਦੇ ਹੁੰਦੇ ਸੀਗੇ। ਇਹ ਗੌਰਮੈਂਟ ਦਾ ਅਲੱਗ ਲਾਭ ਆ ਔਰ ਅਸੀਂ ਸਾਰੇ ਹੀ ਜੋ ਅਨਲੀਗਲ ਰਹਿ ਰਹੇ ਆ ਉਹਨਾਂ ਲਈ ਬਹੁਤ ਵੱਡਾ ਫਾਇਦਾ ਹੈ, ਕਿਉਂਕਿ ਉਹ ਕੋਈ ਚੀਜ਼ਾਂ ਜਿਹੜੇ ਜੋ ਕੋ ਇੱਥੇ ਦੇ ਗ੍ਰੀਨ ਕਾਰਡ ਤੇ ਸਿਟੀਜ਼ਨ ਨੇ ਉਹ ਫਾਰਮ ਭਰ ਰਹੇ ਨੇ ਔਰ ਜਿਹੜੇ ਅਨਲੀਗਲ ਨੇ ਉਹਨਾਂ ਲਈ ਉਹ ਡਰਦੇ ਨੇ। ਮੈਂ ਸਾਰਿਆਂ ਅੱਗੇ ਰਿਕੁਐਸਟ ਕਰੂੰਗਾ ਕਿ ਅੱਜ 10 ਦਿਨ ਰਹਿ ਗਏ ਨੇ, ਜੋ ਜਨਗਣਨਾ ਸਾਡੀ ਭਰਨਾ ਫਾਰਮ ਭਰਨ ਦੀ ਉਹ ਦੱਸੋ। ਇਹ ਬੋਰਡ ਵੱਲੋਂ ਇਹ ਸਾਡਾ ਫਾਇਦਾ ਇਹ ਆ ਕਿ ਜਿਹੜੀਆਂ ਜੋ ਸਾਡੀਆਂ ਸੜਕਾਂ ਨੇ, ਸਾਡੇ ਬੈਨੀਫਿਟ ਨੇ, ਇਹ ਸਾਡੀ ਜਨਗਣਨਾ ਦੇ ਦੇਣ ਆਧਾਰ ਤੇ ਮਿਲਣੇ ਨੇ। ਆਪਾਂ ਵੱਧ ਤੋਂ ਵੱਧ ਆਪਣੀ ਪੰਜਾਬੀ ਕਮਿਊਨਿਟੀ ਔਰ ਜੋ ਕਿ ਸਾਡੇ ਅਨਲੀਗਲ ਬੰਦੇ ਰਹਿ ਰਹੇ ਨੇ ਉਹ ਜ਼ਰੂਰ ਫਾਰਮ ਭਰ ਕੇ ਦੇਣ। ਮੇਰੀ ਸਾਰਿਆਂ ਨੂੰ ਫਿਰ ਰਿਕੁਐਸਟ ਹੈ। ਇੰਨਾ ਹੀ ਕਹਿੰਦਾ ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਕਿ ਗੁਰਦੁਆਰਾ ਸਾਹਿਬ ਆਓ, ਹਰ ਥਾਂ ਲੱਗੇ ਨੇ ਫਾਰਮ ਔਰ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਨ ਸਰਕਾਰ ਨੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਲਾਤੇ ਕਿ ਲੋਕੀ ਜਿਹੜੇ ਆਪਣੇ ਆਪ ਨੂੰ ਰਿਪੋਰਟ ਕਰਨ, ਪਰ ਸਾਡਾ ਭਾਈਚਾਰਾ ਫਿਰ ਜਿਸ ਤਰ੍ਹਾਂ ਅੱਜ ਇਹਨਾਂ ਨੇ ਦੱਸਿਆ 10 ਚੋਂ 5 ਬਾਹਰ ਆਏ ਨੇ। ਆਪਣੇ ਆਪ 'ਚ ਕੀ ਲੱਗਦਾ ਕਿ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਨੂੰ ਜਾਂ ਕੁਝ ਸਾਡੇ ਭੈਣ ਭਰਾਵਾਂ ਨੂੰ ਇਹ ਸਮਝ ਨਹੀਂ ਹੁੰਦੀ ਕਿ ਸੈਂਸਸ ਜਿਹੜੀ ਹੈ ਜਨਗਣਨਾ ਕਿੰਨੀ ਜ਼ਰੂਰੀ ਹੈ। ਕਿਉਂਕਿ ਜੋ ਵੀ ਸਿਸਟਮ ਚੱਲਦਾ ਇਹ ਗਿਣਤੀ 'ਤੇ ਨਿਰਭਰ ਕਰਦਾ ਕਿ ਤੁਹਾਡੇ ਨੰਬਰ ਕਿੰਨੇ ਨੇ, ਕਿ ਕਿਸੇ ਵੀ ਏਰੀਏ ਦੇ ਵਿੱਚ ਤੁਸੀਂ ਕਿੱਡੀ ਵੱਡੀ ਗਿਣਤੀ ਵਿੱਚ ਰਹਿ ਰਹੇ ਹੋ ਉਸ ਹਿਸਾਬ ਨਾਲ ਉਹ ਫੰਡ ਦਿੰਦੇ ਨੇ। ਅਗਰ ਅਸੀਂ ਆਪਣਾ ਨਾਂ ਰਜਿਸਟਰ ਨਹੀਂ ਕਰਾਵਾਂਗੇ, ਅਸੀਂ ਆਪਣੇ ਬਾਰੇ ਨਹੀਂ ਦੱਸਾਂਗੇ, ਤੇ ਸਾਡੇ ਜੋ ਬੱਚੇ ਹਨ ਜਾਂ ਅਸੀਂ ਜੋ ਬੈਨੀਫਿਟ ਸਾਨੂੰ ਗੌਰਮੈਂਟ ਪ੍ਰੋਵਾਈਡ ਕਰਦੀ ਹੈ ਇੱਥੇ ਦੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ, ਉਹ ਅਸੀਂ ਆਪਣੀ ਅਣਗਹਿਲੀ ਕਰਕੇ ਜਾਂ ਨਾਮ ਸਮਝੀ ਕਰਕੇ ਉਹਨਾਂ ਤੋਂ ਵਾਂਝੇ ਰਹਿ ਜਾਵਾਂਗੇ, ਜੋ ਕਿ ਸਾਡਾ ਬਹੁਤ ਵੱਡਾ ਨੁਕਸਾਨ ਹੈ। ਕਿਉਂਕਿ ਇੱਥੇ ਫੰਡ ਬਹੁਤ ਜ਼ਿਆਦਾ ਹਨ। ਇੱਥੇ ਹਰ ਸਿਟੀਜ਼ਨ ਜੋ ਹੈ ਜਾਂ ਅਨਲੀਗਲ ਹੈ ਜਾਂ ਕੋਈ ਵੀ ਵਸਿੰਦਾ ਇੱਥੇ ਰਹਿ ਰਿਹਾ ਹੈ, ਸਾਰੇ ਬਰਾਬਰ ਹਨ। ਪੁਲਿਸ ਜਾਂ ਇੱਥੋਂ ਦਾ ਸਿਸਟਮ ਉਹਨਾਂ ਨੂੰ ਬਰਾਬਰ ਦੀ ਰੱਖਿਆ ਦਿੰਦਾ। ਅਤੇ ਅਗਰ ਉਹਨਾਂ ਦੇ ਜੋ ਬੈਨੀਫਿਟ ਹਨ ਉਹਨਾਂ ਨੂੰ ਸਕੂਲਾਂ ਵਿੱਚ ਮਿਲਦੇ ਹਨ
ਜਾਂ ਸੀਨੀਅਰ ਸਿਟੀਜ਼ਨ 'ਚ ਮਿਲਣੇ ਹਨ ਜਾਂ ਹੋਰ ਪਾਸੇ ਤੁਸੀਂ ਸੜਕਾਂ 'ਤੇ ਤੁਰੇ ਫਿਰਦੇ ਹੋ, ਤੁਹਾਡੇ ਗੁਰਦੁਆਰਿਆਂ ਦੇ ਵਿੱਚ ਜਾਂ ਕੋਈ ਬੈਨੀਫਿਟ ਜਾਂ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਉਹ ਤੁਹਾਡੇ ਨੰਬਰ 'ਤੇ ਡਿਪੈਂਡ ਕਰਦਾ ਹੈ। ਸੋ ਇਹ ਬਹੁਤ ਸੀਕ੍ਰੇਟ ਹੈ, ਬੇਸ਼ੱਕ ਕੋਈ ਅਨਲੀਗਲ ਹੈ, ਬੇਸ਼ੱਕ ਕੋਈ ਕਿਸੇ ਵੀ ਜਗ੍ਹਾ ਰਹਿ ਰਿਹਾ, ਬੇਸਮੈਂਟ 'ਚ ਰਹਿ ਰਿਹਾ ਹੈ, ਆਪਣਾ ਫੁੱਲ ਐਡਰੈਸ ਦੇਵੇ। ਇਹ ਗੌਰਮੈਂਟ ਵੱਲੋਂ ਅਗਰ ਕੋਈ ਇਹਦੀ ਰਿਪੋਰਟ ਹੋਏਗੀ ਤਾਂ ਉਹਨੂੰ ਸਜ਼ਾ ਹੋਏਗੀ, ਅਤੇ ਇਸ ਕਰਕੇ ਬਹੁਤ ਹੀ ਸੀਕ੍ਰੇਟ ਹੈ। ਇਹਦੀ ਰਿਪੋਰਟ ਕਿਸੇ ਹੋਰ ਡਿਪਾਰਟਮੈਂਟ ਨੂੰ ਨਹੀਂ ਦੇਣੀ, ਇਹ ਸੈਂਸਸ ਦੇ ਵਿੱਚ ਹੀ ਰਹਿ ਜਾਣੀ ਬੰਦ। ਤੁਸੀਂ ਓਪਨਲੀ ਕੋਈ ਵੀ ਲੀਗਲ ਹੋ, ਲੀਗਲ ਹੋ, ਕਿਤੇ ਵੀ ਰਹਿ ਰਹੇ ਹੋ, ਆਪਣਾ ਪੂਰਾ ਰਜਿਸਟਰ ਕਰਾਓ। 10 ਦਿਨ ਰਹਿ ਗਏ, ਸਿਰਫ 10 ਦਿਨ। ਇਸ ਰਿਚਮੰਡ ਹਿੱਲ ਏਰੀਆ 'ਚ ਸਿਰਫ 51% ਨੇ ਆਪਣੀ ਰਜਿਸਟਰ ਕਰਾਈ ਹੈ, 49% ਲੋਕ ਅਸੀਂ ਇਹ ਰਜਿਸਟਰ ਨਹੀਂ ਕਰਾਈ। ਸੋ ਹੱਥ ਜੋੜ ਕੇ ਬੇਨਤੀ ਹੈ, ਬੇਸ਼ੱਕ ਬੱਚਾ ਛੋਟਾ ਹੈ, ਕਿਸੇ ਵੀ ਏਜ ਦਾ ਹੈ, ਸਾਰਿਆਂ ਨੂੰ ਗੁਆਂਢੀਆਂ ਨੂੰ ਦੱਸੋ, ਆਪਣੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ ਕਰੋ, ਕਾਲਾਂ ਕਰੋ, ਜਿੱਥੇ ਜਿੱਥੇ ਵੀ ਰਹਿ ਰਹੇ ਹੋ ਇਹ ਸੈਂਸਸ ਦੀ ਜਨਗਣਨਾ ਦੀ ਆਪਣੀ ਰਜਿਸਟਰ ਜ਼ਰੂਰ ਕਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਟਾਈਮ ਟੀਵੀ ਲਈ ਨਿਊਯਾਰਕ ਤੋਂ ਮਨੀਸ਼ ਬਿਆਲਾ ਦੀ ਰਿਪੋਰਟ। ਪੰਜਾਬੀ ਭਾਈਚਾਰੇ ਵੱਲੋਂ ਖਾਸ ਤੌਰ ਤੇ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਨਿਊਯਾਰਕ ਦੇ ਲੌਂਗ ਆਈਲੈਂਡ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਪਲੇਨ ਵਿਊ ਵਿੱਚ ਖਾਸ ਤੌਰ ਤੇ ਪੰਜਾਬੀ ਭਾਈਚਾਰੇ ਨੇ ਇਕੱਤਰ ਹੋ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਕਿ ਸਾਰਿਆਂ ਨੂੰ ਚੰਗੀ ਸਿਹਤ ਬਖਸ਼ੇ। ਇੰਡੋ ਅਮਰੀਕਨ ਐਸੋਸੀਏਸ਼ਨ ਫॉर ਚੇਂਜ ਦੇ ਵੱਲੋਂ ਅੱਜ ਸਰਬੱਤ ਦੇ ਭਲੇ ਦੇ ਵਾਸਤੇ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਇੱਥੇ ਕਰਵਾਇਆ ਗਿਆ। ਅਸੀਂ ਇਸ ਵੇਲੇ ਹੈਗੇ ਹਾਂ ਪਲੇਨ ਵਿਊ, ਜਿੱਥੇ ਕਿ ਇੱਕ ਬਹੁਤ ਹੀ ਸੁੰਦਰ ਗੁਰੂ ਘਰ ਹੈਗਾ, ਜਿਹਦੇ ਵਿੱਚ ਅੱਜ ਸੰਗਤਾਂ ਦੇ ਵੱਲੋਂ ਸਰਬੱਤ ਦੇ ਭਲੇ ਦੇ ਵਾਸਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਸਾਡੇ ਨਾਲ ਇਸ ਵੇਲੇ ਸਾਡੀ ਕਮਿਊਨਿਟੀ ਦੇ ਲੀਡਰ ਸਰਦਾਰ ਮਹਿੰਦਰ ਸਿੰਘ ਤਨੇਜਾ ਜੀ ਹੈਗੇ ਨੇ। ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ, ਈਵੈਂਟ ਬਾਰੇ ਪੁੱਛਦੇ ਹਾਂ ਕਿ ਅੱਜ ਕਿਸ ਤਰੀਕੇ ਨਾਲ ਇਹ ਸਬੱਬ ਬਣਿਆ ਤੇ ਕਿਸ ਤਰੀਕੇ ਨਾਲ ਇਹ ਜਿਹੜਾ ਸਾਰਾ ਪ੍ਰੋਗਰਾਮ ਉਲੀਕਿਆ ਗਿਆ। ਤਨੇਜਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਕਿ ਸੰਗਤਾਂ ਵੱਲੋਂ ਇੱਕ ਸਰਬੱਤ ਦੇ ਭਲੇ ਵਾਸਤੇ ਔਰ ਨਾਲ ਹੀ ਦੀਪਕ ਜੀ ਦੇ ਜਿਹੜੇ ਪਿਤਾ ਜੀ ਪਿੱਛੇ ਪੂਰੇ ਹੋਏ ਸਨ, ਉਹਨਾਂ ਦੀ ਮਿੱਠੀ ਯਾਦ ਵਿੱਚ, ਅਤੇ ਸਾਡੇ ਵੀਨਸ ਬਾਬੀ ਬਸੀਨ ਅਤੇ ਸਤਬੀਰ ਬੇਦੀ ਜੀ ਦੇ ਤੰਦਰੁਸਤੀ ਅਤੇ ਸਿਹਤਯਾਬੀ ਵਾਸਤੇ ਅੱਜ ਸੁਖਮਨੀ ਸਾਹਿਬ ਦੇ ਪਾਠ ਹੋਏ, ਅਰਦਾਸ ਹੋਈ, ਵਾਕ ਲਿਆ ਗਿਆ। ਬਹੁਤ ਹੀ ਸ਼ੁਕਰਗੁਜ਼ਾਰ ਹੈਗੇ ਹਾਂ ਵਾਹਿਗੁਰੂ ਦੇ ਕਿ ਜਿਨ੍ਹਾਂ ਦਾ ਹਮੇਸ਼ਾ ਹੱਥ ਸਾਰੀ ਕਮਿਊਨਿਟੀ ਦੇ ਰਵੇ, ਸਾਰੇ ਹੀ ਹਮੇਸ਼ਾ ਠੀਕ ਰਹਿਣ। ਅਤੇ ਨਾਲ ਹੀ ਦੀਪਕ ਜੀ ਦਾ ਇਹ ਆਈਡੀਆ ਸੀਗਾ ਕਿ ਉਹਨਾਂ ਨੇ ਕਿਹਾ ਵੀ ਇਹ ਗੁਰੂ ਘਰ ਵਿੱਚ ਆਪਣਾ ਇੱਕ ਪਾਠ ਰੱਖਿਆ ਜਾਏ ਅਤੇ ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਏ। ਸੋ ਅਸੀਂ ਬਹੁਤ ਧੰਨਵਾਦੀ ਹਾਂ ਨਾਲ ਹੀ ਇਹਨਾਂ ਦੀ ਐਸੋਸੀਏਸ਼ਨ ਦੇ, IAAC ਦੇ, ਕਿ ਜਿਨ੍ਹਾਂ ਨੇ ਇਹ ਉਪਰਾਲਾ ਅੱਜ ਦਾ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅੱਜ ਦਾ ਪ੍ਰੋਗਰਾਮ ਰੱਖਣ ਦਾ ਮੰਤਵ ਇਹ ਸੀਗਾ, ਸਾਡੇ ਜੋ ਦੋਸਤ ਹੈ ਸਤਬੀਰ ਬੇਦੀ ਔਰ ਵੀਨਸ ਬਸੀਨ, ਉਹਨਾਂ ਦੀ ਅੱਜ ਛੋਟੀ ਜੀ ਸਿਹਤਯਾਬੀ ਲਈ ਅਸੀਂ ਇਹ ਉਪਰਾਲਾ ਕੀਤਾ ਤਾਂ ਕਿ ਇਹ ਸਾਡੇ ਦੋਸਤ ਸਾਡੇ ਜਲਦੀ ਆਪਣਾ ਟ੍ਰੀਟਮੈਂਟ ਕਰਾ ਕੇ ਵਾਪਸ ਸਾਡੇ ਵਿੱਚ ਗਰੁੱਪ 'ਚ ਸ਼ਾਮਲ ਹੋਣ। ਅਤੇ ਅਸੀਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਹੈ ਕਿ ਇਹਨਾਂ ਨੂੰ ਸਾਰਾ ਵਧੀਆ ਸਿਹਤਯਾਬੀ ਕਰਕੇ ਸਾਡੇ ਗਰੁੱਪ ਦੇ ਵਿੱਚ ਜਲਦੀ ਤੋਂ ਜਲਦੀ ਐਕਟਿਵ ਕਰਨ। ਅੱਜ ਇਹ ਦੀਪਕ ਜੀ ਵੱਲੋਂ ਅਤੇ IAAC ਵੱਲੋਂ ਇਹ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਅਰਦਾਸ ਕੀਤੀ ਗਈ ਹੈ ਸਰਬੱਤ ਦੇ ਭਲੇ ਵਾਸਤੇ ਅਤੇ ਆਪਣੇ ਸੰਗਤਾਂ ਦੀ ਸਿਹਤ ਵਾਸਤੇ, ਅਤੇ ਇਸ ਹਾਲਾਤ ਵਿੱਚ ਸਭ ਨੂੰ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ, ਇਸ ਵਾस्ते सरबत वर्ष के भले वास्ते अरदास की गई है। दीपक जी ने और भाभी जी ने बताया तो इसलिए हमने कहा अरदास है तो आए यहाँ पे, बड़ी अच्छी बात है जी। और सबसे मिलके बड़ी प्रसन्नता हुई और गुरुद्वारे का भी दर्शन हो गए। ਕਹਿ ਸਕਦੇ ਕਿ ਜਦੋਂ ਵੀ ਇਸ ਤਰੀਕੇ ਦੀ ਕੋਈ ਵੀ ਪ੍ਰਕੋਪੀ ਹੁੰਦੀ ਹੈ ਤੇ ਉਹਦੇ ਚੋਂ ਬਚਣ ਵਾਸਤੇ ਅਸੀਂ ਗੁਰੂ ਦੀ ਓਟ ਆਸਰੇ ਦੇ ਵਿੱਚ ਜਾਂਦੇ ਹਾਂ, ਤੇ ਅੱਜ ਉਸ ਓਟ ਆਸਰੇ ਦੇ ਵਿੱਚ ਪੰਜਾਬੀ ਭਾਈਚਾਰਾ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ, ਇਕੱਠੇ ਹੋ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਕਹਿੰਦੇ ਕਿ ਜਦੋਂ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਤੇ ਜਿਹੜੇ ਵੀ ਆਸੇ ਪਾਸੇ ਕਲੇਸ਼ ਹੁੰਦੇ ਨੇ ਉਹ ਵੀ ਖਤਮ ਹੁੰਦੇ ਨੇ ਤੇ ਮਨ ਨੂੰ ਜਿਹੜਾ ਉਹ ਸ਼ਾਂਤੀ ਮਿਲਦੀ ਹੈ। ਤੇ ਉਮੀਦ ਕਰਦੇ ਹਾਂ ਜਿਸ ਤਰੀਕੇ ਨਾਲ ਅੱਜ ਅਮਰੀਕਾ ਭਰ ਦੇ ਵਿੱਚ ਕਰੋਨਾ ਮਹਾਮਾਰੀ ਨੂੰ ਥੋੜ੍ਹੀ ਜਿਹੀ ਢਾਹ ਲੱਗੀ ਹੈ, ਖਤਮ ਹੋਈ ਹੈ, ਹੌਲੀ ਹੌਲੀ ਲੈਵਲ ਥੱਲੇ ਗਿਆ। ਅਸੀਂ ਚਾਹੁੰਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਕਰੋਨਾ ਮਹਾਮਾਰੀ ਇਸੇ ਤਰੀਕੇ ਨਾਲ ਖਤਮ ਹੋਵੇ। ਮੈਂ ਮਨੀਸ਼ ਬਿਆਲਾ, ਨਿਊਯਾਰਕ ਤੋਂ। ਪੰਜਾਬ ਵਿੱਚ ਇਸ ਵੇਲੇ ਬਦਲੇ ਹੋਏ ਰਾਜਨੀਤਿਕ ਹਾਲਾਤਾਂ ਅਤੇ ਖਾਸ ਤੌਰ ਤੇ ਕਿਸਾਨੀ ਦੇ ਉੱਤੇ ਭਾਰ ਪਾਉਣ ਵਾਲੇ 3 ਬਿੱਲਾਂ
ਅਲੋਪ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅਤੇ ਹੋਰ ਮਸਲਿਆਂ ਨੂੰ ਲੈ ਕੇ ਇੱਕ ਚਰਚਾ ਨਿਊਯਾਰਕ ਦੇ ਗੁਰੂ ਘਰ ਸੰਤ ਸਾਗਰ ਵਿਖੇ ਕੀਤੀ ਗਈ, ਜਿਸ ਵਿੱਚ ਖਾਸ ਤੌਰ ਤੇ ਵੱਖ-ਵੱਖ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨੇ ਸ਼ਮੂਲੀਅਤ ਕੀਤੀ। ਪੇਸ਼ ਹੈ ਮਨੀਸ਼ ਬਿਆਲਾ ਦੀ ਇਹ ਖਾਸ ਰਿਪੋਰਟ। ਕਹਿੰਦੇ ਨੇ ਕਿ ਗੁਰੂ ਘਰ ਜਿਹੜੇ ਵਿਦੇਸ਼ਾਂ ਦੇ ਵਿੱਚ ਹੁੰਦੇ ਨੇ ਉੱਥੇ ਦੋ ਤਰੀਕੇ ਦੀਆਂ ਵਿਚਾਰਾਂ ਹੁੰਦੀਆਂ ਨੇ, ਇੱਕ ਧਾਰਮਿਕ ਅਤੇ ਇੱਕ ਰਾਜਨੀਤਿਕ ਵਿਚਾਰਾਂ ਜਿਹੜੀਆਂ ਨੇ ਉਹ ਜ਼ਰੂਰੀ ਹੁੰਦੀਆਂ ਨੇ। ਅੱਜ ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਨੇ, ਵੱਖ-ਵੱਖ ਮੁੱਦੇ ਜਿਹੜੇ ਨੇ ਉਹਨਾਂ ਦੇ ਉੱਤੇ ਲੋਕ ਭੜਕੇ ਪਏ ਨੇ, ਤਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਵਸਦੇ ਪੰਜਾਬੀ ਨੇ ਉਹਨਾਂ ਮੁੱਦਿਆਂ ਦੇ ਉੱਤੇ ਖੁੱਲ੍ਹ ਕੇ ਗੱਲ ਕਰ ਰਹੇ ਨੇ ਕਿ ਪੰਜਾਬ ਨੂੰ ਬਚਾਉਣਾ ਹੈ, ਜੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਸਾਨੂੰ ਖੁੱਲ੍ਹ ਕੇ ਜਿਹੜਾ ਉਹ ਬੋਲਣਾ ਪੈਣਾ। ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਇਸ ਦੀਵਾਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਜਿੱਥੇ ਸਾਨੂੰ ਚਿੰਤਾ ਦਾ ਵਿਸ਼ਾ ਹੈਗਾ ਤੇ ਅਸੀਂ ਜਿਹੜਾ ਹੈ ਸਾਨੂੰ ਇਹ ਸੋਚ ਕੇ ਤੁਰਨਾ ਪੈਣਾ ਕਿ ਅਸੀਂ ਹੁਣ ਕਿਹੜੀ ਪੋਜੀਸ਼ਨ ਦੇ ਉੱਤੇ ਹੈਗੇ ਆ ਤੇ ਕਿਸ ਤਰੀਕੇ ਨਾਲ ਇਹਦੇ ਉੱਤੇ ਗੱਲਾਂ ਕਰਨੀਆਂ ਨੇ। ਸਾਡੇ ਨਾਲ ਇਸ ਵੇਲੇ ਬਾਬਾ ਸੱਜਣ ਸਿੰਘ ਜੀ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਹਾਂ ਜੋ ਕਿ ਚੜ੍ਹਦੀ ਕਲਾ TV ਵਾਲੇ ਇਸ ਦਰਦ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਲਈ ਇੱਥੇ ਪਹੁੰਚੇ ਨੇ, ਜੋ ਕਿ ਅੱਜ ਦੁਖਦਾਈ ਦਰਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕਿਸਾਨਾਂ ਨੂੰ ਖਤਮ ਕਰਨ ਲਈ ਇਹ ਜੋ ਚੱਲ ਰਿਹਾ ਅੱਜ ਉਸੇ ਵਾਸਤੇ ਅੱਜ ਮੀਟਿੰਗ ਬੁਲਾਈ ਹੈ। ਮੈਂ ਸਭ ਨੂੰ ਆਪਣੇ ਵੱਲੋਂ ਗੁਰਦੁਆਰਾ ਸੰਤ ਸਾਗਰ ਵੱਲੋਂ ਸਾਰੇ ਸੰਗਤ ਵੱਲੋਂ ਅਪੀਲ ਕਰਦਾ ਵੀ ਤੁਸੀਂ ਇੱਕ ਹੋਵੋ। ਜਿੱਦਾਂ ਕਿਸਾਨਾਂ ਨੇ ਏਕਤਾ ਦਾ ਸਬੂਤ ਦਿੱਤਾ ਹੈ, ਵਰਲਡ ਵਿੱਚ ਪਤਾ ਲੱਗ ਗਿਆ ਵੀ ਏਕਤਾ ਕੀ ਚੀਜ਼ ਹੁੰਦੀ ਹੈ। ਅਸੀਂ ਜਿਹੜੇ ਵਿਦੇਸ਼ਾਂ 'ਚ ਇੱਥੇ ਬੈਠੇ ਹਾਂ, ਸਾਡਾ ਵੀ ਫਰਜ਼ ਬਣਦਾ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਇਹਨਾਂ ਗਿਲਿਆਂ ਸ਼ਿਕਵੇ ਤੋਂ ਉੱਪਰ ਉੱਠ ਕੇ ਅਸੀਂ ਇੱਕ ਹੋ ਕੇ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕਰੀਏ, ਉਹਨਾਂ ਦੀ ਮਦਦ ਕਰੀਏ। ਸਾਡੇ ਕਿਸਾਨ ਤਕੜੇ ਨੇ, ਜੇ ਸਾਡੇ ਕਿਸਾਨਾਂ ਦਾ ਮਸਲਾ ਹੱਲ ਹੁੰਦਾ ਹੈ ਤਾਂ ਫਿਰ ਸਾਨੂੰ ਸਾਰੇ ਮਸਲੇ ਹੱਲ ਹੋਣ ਲਈ ਕੋਈ ਨਾ ਕੋਈ ਰਾਹ ਲੱਭ ਸਕਦਾ, ਜੋ ਕਿ ਅੱਜ ਪੰਥ ਬੜੀ ਖੁਆਰੀ ਵਿੱਚ ਹੋ ਰਿਹਾ ਹੈ। ਖੁਆਰ ਹੋਏ ਸਭ ਮਿਲेंगे, ਉਹ ਬਚਨਾ ਅੱਜ ਚੱਲ ਰਿਹਾ ਹੈ। ਅੱਜ ਖੁਆਰੀ ਦਿਸੇ ਚਾਰ ਸਵੇਰੇ, ਇਹ ਖੁਆਰੀ ਨੂੰ ਮਿਟਾਉਣ ਲਈ ਆਪਾਂ ਇੱਕ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਬਾਬਾ ਸੱਜਣ ਸਿੰਘ ਹੋਣਾ ਨੇ ਜਿਸ ਤਰ੍ਹਾਂ ਇੱਕ ਸੰਦੇਸ਼ ਦਿੱਤਾ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਅਤੇ ਜੇ ਪੰਜਾਬੀ ਹੈ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਚਲੇ ਜਾਏ ਉਹਨੇ ਪੰਜਾਬੀ ਰਹਿਣਾ ਹੈ, ਅਤੇ ਫਿਰ ਪੰਜਾਬੀਆਂ ਦੀ ਪੀੜ ਨੂੰ ਸਮਝਣਾ ਚਾਹੀਦਾ ਅਤੇ ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈਗੀ ਹੈ, ਤਾਂ ਜੋ ਅੱਗੇ ਤੋਂ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਰਾਜਨੀਤਿਕ ਦਲ ਇਸ ਤਰੀਕੇ ਦੀ ਕੋਸ਼ਿਸ਼ ਨਾ ਕਰੇ ਜਿਹੜਾ ਇਹ ਸੋਚੇ ਕਿ ਮੈਂ ਪੰਜਾਬ ਨੂੰ ਬਰਬਾਦ ਕਰਕੇ ਖੁਸ਼ ਹੋਵਾਂਗਾ। ਸਾਨੂੰ ਇਹਦੇ ਖਿਲਾਫ ਬੋਲਣਾ ਪੈਣਾ ਹੈ, ਹੋਕਾ ਦੇਣਾ ਪੈਣਾ ਹੈ, ਤਦ ਜੋ ਅਸੀਂ ਮੂੰਹ ਮੋੜ ਕੇ ਉਹਨਾਂ ਦਾ ਜਵਾਬ ਦਈਏ ਜਿਹੜੇ ਲੋਕ ਪੰਜਾਬ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਪੰਜਾਬ ਤੋਂ ਲੈ ਕੇ ਵਿਦੇਸ਼ ਦੀ ਹਰ ਧਰਤੀ ਜਿੱਥੇ ਵੀ ਪੰਜਾਬੀ ਵੱਸਦਾ ਹੈ, ਉੱਥੇ ਹੀ ਅੱਜ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਜਿਹੜੀ ਹੈ ਉਹ ਦਰਸਾਈ ਜਾ ਰਹੀ ਹੈ। ਇਹ ਚਿੰਤਾ ਦਾ ਇਹ ਆਲਮ ਹੋ ਗਿਆ ਕਿ ਵਿਦੇਸ਼ਾਂ ਦੇ ਵਿੱਚ ਜਿਹੜੀ ਆਵਾਜ਼ ਉੱਠੀ ਹੈ, ਅੱਜ ਉਹਦੇ ਅਸਰ ਦਿਖਣੇ ਜਿਹੜੇ ਨੇ ਪੰਜਾਬ 'ਚ ਸ਼ੁਰੂ ਹੋ ਗਏ ਨੇ। ਕੁਝ ਘੰਟੇ ਪਹਿਲਾਂ 9 ਮਾਰਚ ਦਾ ਰਿਸ਼ਤਾ ਜਿਹੜਾ ਉਹ ਟੁੱਟ ਚੁੱਕਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ BJP ਦਾ ਆਪਸੀ ਗਠਬੰਧਨ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਟੁੱਟ ਚੁੱਕਾ ਹੈ। ਆਫੀਸ਼ੀਅਲੀ ਅਨਾਊਂਸਮੈਂਟ ਜਿਹੜੀ ਹੈ ਉਹ ਹੋ ਚੁੱਕੀ ਹੋਈ ਹੈ। ਸਾਡੇ ਨਾਲ ਇਸ ਵੇਲੇ ਭਾਈ ਭੁਜਿੰਦਰ ਸਿੰਘ ਜੀ ਖਾਲਸਾ ਹੈਗੇ ਨੇ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਖਾਲਸਾ ਜੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ। ਅੱਜ ਇੱਥੇ ਖਾਸ ਤੌਰ 'ਤੇ ਨਿਊਯਾਰਕ ਦੇ ਵਿੱਚ ਤੁਸੀਂ ਆਪਣੀਆਂ ਵਿਚਾਰਾਂ ਜਿਹੜੀਆਂ ਉਹ ਦੇਣ ਆਏ ਹੋ, ਕਿਉਂਕਿ ਸਾਰੇ ਪੰਜਾਬੀ ਜਿਹੜੇ ਨੇ ਇਕੱਠੇ ਹੋਏ ਨੇ। ਪਹਿਲਾ ਕੀ ਰਿਐਕਸ਼ਨ ਹੈ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਅਤੇ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਰੌਲਾ ਪਿਆ ਸੀ, ਤੁਹਾਨੂੰ ਲੱਗਦਾ ਕਿ ਉਹਦਾ ਅਸਰ ਦਿਖਣਾ ਸ਼ੁਰੂ ਹੋਇਆ? ਵੇਖੋ, ਲੋਕ ਰੋਹ ਦੇ ਅੱਗੇ ਕੋਈ ਵੀ ਜਿੰਨਾ ਮਰਜ਼ੀ ਵੱਡਾ ਕੋਈ ਬੰਦਾ ਹੋਵੇ, ਜਿੰਨਾ ਮਰਜ਼ੀ ਵੱਡਾ ਕੋਈ ਲੀਡਰ ਹੋਵੇ, ਜਿੱਡੀ ਮਰਜ਼ੀ ਕੋਈ ਸ਼ਕਤੀਸ਼ਾਲੀ ਸਰਕਾਰ ਹੋਵੇ, ਉਹਨਾਂ ਨੂੰ ਝੁਕਣਾ ਹੀ ਪੈਂਦਾ। ਬੜੇ ਚਿਰ ਤੋਂ ਲੋਕਾਂ ਦੀ ਇਹ ਮੰਗ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਔਰ BJP ਦਾ ਜਿਹੜਾ ਗੱਠਜੋੜ ਆ, ਇਹਨੇ ਪੰਜਾਬ ਦੇ ਵਿੱਚ ਬਹੁਤ ਹੀ ਜਿਹੜਾ ਨਿਘਾਰ ਵਾਲੇ ਪਾਸੇ ਨੂੰ ਪੰਜਾਬ ਨੂੰ ਖੜਿਆ। ਔਰ ਇਹ ਜੋ ਅੱਜ ਜਿਹੜੀ ਖਬਰ ਆਈ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਮੂੰਹੋਂ ਇਸ ਗੱਠਜੋੜ ਨੂੰ ਤੋੜਨ ਦਾ ਔਰ NDA ਦੇ ਵਿੱਚੋਂ ਬਾਹਰ ਆਉਣ ਦਾ ਐਲਾਨ ਕੀਤਾ, ਇਹ ਲੋਕਾਂ ਦੇ ਰੋਹ ਦਾ ਨਤੀਜਾ, ਇਹ ਲੋਕਾਂ ਦੇ ਵਿੱਚ ਇੱਕ ਜਾਗਰਤੀ ਆਉਣ ਦਾ ਨਤੀਜਾ। ਔਰ ਇਹ ਉਹਦੇ ਪਹਿਲਾ ਕਿ ਇਹ ਹੁਣ ਹਰ ਦਿਨ ਝੁਕਣ ਦਾ ਜਿਹੜਾ ਪ੍ਰੋਗਰਾਮ ਉਹਨਾਂ ਦਾ ਚੱਲ ਰਿਹਾ, ਇਹ ਵੀ ਇੱਕ ਉਹਨਾਂ ਦੇ ਬਹੁਤ ਵੱਡਾ ਝੁਕਣ ਵਾਲਾ ਹੀ ਕੰਮ ਹੈ। ਅੱਜ ਜੋ ਮਰਜ਼ੀ ਆਖੀ ਜਾਣ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਇਹ ਗੱਠਜੋੜ ਤੋੜ ਰਹੇ ਹਾਂ। ਪਹਿਲਾਂ ਆਰਡੀਨੈਂਸਾਂ ਦੀ ਹਮਾਇਤ ਕੀਤੀ, ਫਿਰ ਆਰਡੀਨੈਂਸਾਂ ਦੇ ਜਿਹੜਾ ਵਿਰੋਧ ਦੇ ਵਿੱਚ ਅਸਤੀਫਾ ਦਿੱਤਾ, ਪਰ ਆਪਣੇ ਗੱਠਜੋੜ ਨੂੰ ਬਰਕਰਾਰ ਰੱਖਦਿਆਂ ਹੋਇਆਂ ਆਪਣੇ ਮੂੰਹੋਂ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਆਰਡੀਨੈਂਸਾਂ ਦੀ ਹਮਾਇਤ ਵੀ ਕਰਦੀ ਆ ਔਰ ਆਪਣੇ ਅਸਤੀਫੇ ਦੀ ਪੁਸ਼ਟੀ ਵੀ ਕਰਦੀ ਆ। ਪਰ ਲੋਕ
ਰੋਹ ਨੂੰ ਵੇਖਦਿਆਂ ਹੋਇਆਂ ਕੱਲ੍ਹ ਜਿਹੜਾ ਇਹਨਾਂ ਨੇ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਵੱਖ-ਵੱਖ ਜਗ੍ਹਾ 'ਤੇ ਆਪਣੀ ਪਾਰਟੀ ਵੱਲੋਂ ਵੱਖ-ਵੱਖ ਧਰਨੇ ਦੇ ਰਹੇ ਹਾਂ, ਉਹ ਜਦੋਂ ਪਤਾ ਲੱਗਿਆ ਕਿ ਇਹ ਜਿਹੜੇ ਧਰਨੇ ਦਿੱਤੇ ਆ ਇਹ ਤੇ ਕਿਸਾਨਾਂ ਦੇ ਜਿਹੜਾ ਸੰਘਰਸ਼ ਆ ਉਹਨੂੰ ਤਾਰ-ਪੀੜੋ ਕਰਨ ਦਾ ਜਿਹੜਾ ਉਹ ਸਾਡਾ ਜਿਹੜਾ ਕੋਝਾ ਮਜ਼ਾਕ ਸੀਗਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਔਰ ਲੋਕਾਂ ਨੇ ਉਸ ਦਾ ਬਹੁਤ ਸਖਤ ਤਰੀਕੇ ਦੇ ਨਾਲ ਵਿਰੋਧ ਕੀਤਾ। ਤਾਂ ਸੁਖਬੀਰ ਸਿੰਘ ਬਾਦਲ ਔਰ ਉਹਦੇ ਜਿਹੜਾ ਟੋਲਾ ਉਹਨਾਂ ਨੂੰ ਅੱਜ ਮਜਬੂਰ ਹੋਣਾ ਪਿਆ NDA ਦੇ ਵਿੱਚੋਂ ਬਾਹਰ ਆਉਣ ਦਾ, ਜੋ ਕਿ ਇੱਕ ਸ਼ੁਭ ਸੰਕੇਤ ਆ ਔਰ ਇਹਦੇ ਨਾਲ ਮੈਂ ਸਮਝਦਾ ਕਿਸਾਨਾਂ ਦੀ ਅੱਧੇ ਤੋਂ ਵੱਧ ਜਿੱਤ ਹੋ ਚੁੱਕੀ ਹੈ। ਮੈਂ ਪਹਿਲਾਂ ਤਾਂ ਇੱਕ ਗੁਰਬਾਣੀ ਦਾ ਸ਼ਬਦ ਹੈਗਾ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹੋਵੇ ਨਾਮੈ ਕੀ ਜੋੜੀ ਬੈਸੋ ਸਭਾ ਵਸਾਈ। ਜਦੋਂ ਅਸੀਂ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਗਏ ਨਾ ਤਾਂ ਜਿਹੜੀਆਂ ਸਾਡੇ ਮੁੱਦੇ ਹਨ ਅਸੀਂ ਉਹਨਾਂ ਨੂੰ ਜਲਦੀ ਹੱਲ ਕਰ ਲਵਾਂਗੇ। ਪਹਿਲਾਂ ਅਸੀਂ ਇੱਕ ਥਾਂ 'ਤੇ ਇਕੱਠੇ ਹੋਈਏ। ਸਾਡੇ ਹੁਣ 3-4 ਮੁੱਦੇ ਨੇ ਜਿਹੜੇ ਸ਼ੁਰੂ ਤੋਂ ਲੈ ਕੇ ਜਿਹੜੇ ਸਾਡੇ ਨਾਲ ਬਹੁਤ ਵਧੀਕੀਆਂ ਹੋਈਆਂ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ, ਉਸ ਤੋਂ ਬਾਅਦ ਜਿਹੜਾ ਬਰਗਾੜੀ ਕਾਂਡ, ਉਸ ਤੋਂ ਬਾਅਦ 328 ਜਿਹੜੇ ਸਰੂਪ ਗਾਇਬ ਹੋ ਜਾਣੇ ਸ਼੍ਰੋਮਣੀ ਕਮੇਟੀ 'ਚੋਂ, ਔਰ ਜਿਹੜਾ ਨਾਲ ਜਿਹੜਾ ਹੁਣ ਜਿਵੇਂ ਕਿਸਾਨਾਂ ਦੀ ਬੇਅਦਬੀ ਹੋ ਰਹੀ ਹੈ, ਜਿਵੇਂ ਕਿਸਾਨਾਂ ਨੂੰ ਰੋਲਿਆ ਜਾ ਰਿਹਾ, ਉਹਨਾਂ ਦੇ ਕਾਲਾ ਕਾਨੂੰਨ ਬਣਾ ਕੇ ਉਹਨਾਂ ਦੇ ਇੱਕ ਥੋਪਿਆ ਜਾ ਰਿਹਾ ਵੀ ਤੁਸੀਂ ਜਿਹੜੀਆਂ ਫਸਲਾਂ ਨੇ ਤੁਸੀਂ ਮੰਡੀਆਂ ਨਹੀਂ ਚਾਹੀਦੀਆਂ, ਤੁਸੀਂ ਡਾਇਰੈਕਟ ਤੁਹਾਡੇ ਕੋਲ ਖਰੀਦੀਆਂ ਜਾਣਗੀਆਂ ਕਿਉਂਕਿ ਉਹਨਾਂ ਦੇ ਆਪਣੇ ਮਰਜ਼ੀ ਹੋਏਗੀ, ਜਿਹੜਾ ਭਾਅ ਲਾਉਣਗੇ ਉਹਨਾਂ ਦੀ ਮਰਜ਼ੀ, ਨਾ ਕਿ ਕਿਸਾਨ ਦੀ ਮਰਜ਼ੀ। ਇਹਦਾ ਮਤਲਬ ਜ਼ਿਮੀਂਦਾਰ ਜਿਹੜਾ ਫਸਲ ਤਿਆਰ ਕਰੇ ਲੇਕਿਨ ਉਹ ਆਪਣੀ ਮਰਜ਼ੀ ਦੇ ਨਾਲ ਖਰੀਦਣ, ਇਹ ਗੱਲ ਨਹੀਂ ਬਣਦੀ। ਜਿਹਨੇ ਫਸਲ ਤਿਆਰ ਕੀਤੀ ਭਾਅ ਵੀ ਉਹਦੇ ਹਿਸਾਬ ਨਾਲ ਲੱਗਣਾ ਚਾਹੀਦਾ। ਤਾਂ ਉਸ ਰੋਸ ਨੂੰ ਲੈ ਕੇ ਜਿਸ ਤਰ੍ਹਾਂ ਹੁਣ ਪੰਜਾਬ ਹਰਿਆਣੇ ਦੇ ਵਿੱਚ ਕਿਸਾਨਾਂ ਨੇ ਚੱਕਾ ਜਾਮ ਕੀਤਾ, ਸਾਨੂੰ ਬਾਹਰ ਬੈਠਿਆਂ ਨੂੰ ਅਸੀਂ ਉੱਥੇ ਜਾ ਨਹੀਂ ਸਕਦੇ ਲੇਕਿਨ ਉਹਨਾਂ ਦੀ ਅਸੀਂ ਮਾਲੀ ਤੌਰ 'ਤੇ ਅਸੀਂ ਹੈਲਪ ਕਰ ਸਕਦੇ ਹਾਂ। ਅਸੀਂ ਆਓ ਸਾਰੇ ਆਪਾਂ ਘਰਾਂ ਤੋਂ ਬਾਹਰ ਨਿਕਲੀਏ, ਉਹਨਾਂ ਦੀ ਹੈਲਪ ਕਰੀਏ ਅਤੇ ਉਹਨਾਂ ਦੇ ਨਾਲ ਸਹਿਯੋਗ ਦਈਏ ਕਿਉਂਕਿ ਸਾਡੇ ਆਪਾਂ ਵੀ ਜ਼ਿਮੀਂਦਾਰ 'ਚੋਂ ਨਿਕਲ ਕੇ ਆਏ ਹਾਂ, ਸਾਨੂੰ ਪਤਾ ਜ਼ਿਮੀਂਦਾਰ ਨੂੰ ਕਿੰਨਾ ਸੰਘਰਸ਼ ਕਰਨਾ ਪੈਂਦਾ, ਲੇਕਿਨ ਅੱਜ ਆਪਾਂ ਨੂੰ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ। ਸਾਰੇ ਹੀ ਨਿਕਲੀਏ ਬਾਹਰ। ਮੈਂ ਖਾਸ ਕਰਕੇ ਮੀਡੀਆ ਦਾ ਮੈਂ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਜਿੱਦਾਂ ਵੀਰ ਜੀ ਮਨੀਸ਼ ਜੀ ਨੇ ਚੜ੍ਹਦੀ ਕਲਾ TV ਤੋਂ ਆਏ ਨੇ, ਤਾਂ ਕੈਮਰਾਮੈਨ ਨੇ ਵੀਰ ਜੀ, ਅਤੇ ਜਿਵੇਂ ਸਾਨੂੰ ਕਵਰ ਕਰਦੇ ਹਨ, ਸਾਡੀ ਗੱਲ ਦੁਨੀਆ ਤੱਕ ਪਹੁੰਚਾਉਂਦੇ ਹਨ। ਜੇ ਮੀਡੀਆ ਨਾ ਹੋਵੇ ਤਾਂ ਮੇਰੇ ਖਿਆਲ ਸਾਡੀ ਗੱਲ ਜਿਹੜੀ ਹੈ ਅਧੂਰੀ ਰਹੇ, ਸਾਡੀ ਚਾਰ ਦੀਵਾਰੀ ਦੇ ਵਿੱਚ ਹੀ ਗੱਲ ਰਹਿ ਜੇ, ਗੁਰਦੁਆਰਿਆਂ ਤੱਕ ਗੱਲ ਰਹਿ ਜੇ, ਤਾਂ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਮੈਂ ਮੀਡੀਆ ਦਾ ਧੰਨਵਾਦ ਵੀ ਕਰਦਾ ਔਰ ਮੈਂ ਆਸ ਵੀ ਕਰਦਾ ਵੀ ਇਸੇ ਤਰ੍ਹਾਂ ਜਿਹੜੀ ਸਾਡੀ ਗੱਲ ਹੈ ਦੁਨੀਆ ਤੱਕ ਪਹੁੰਚਾਉਣਗੇ, ਤਾਂ ਇਸੇ ਤਰ੍ਹਾਂ ਅਸੀਂ ਵੱਧ ਚੜ੍ਹ ਕੇ ਜਿਹੜੀ ਉਹਨਾਂ ਦੀ ਕਿਸਾਨਾਂ ਦੀ ਮਦਦ ਕਰ ਸਕੀਏ। ਔਰ ਮੈਂ ਖਾਸ ਕਰਕੇ ਇੰਡੀਅਨ ਗੌਰਮੈਂਟ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜਾ ਕਾਨੂੰਨ ਹੈ ਵਾਪਸ ਲਵੋ, ਨਹੀਂ ਤਾਂ ਨਹੀਂ ਵਾਪਸ ਲਿੱਤਾ ਤਾਂ ਨਹੀਂ ਤਾਂ ਮਜਬੂਰ ਕਰ ਦਿਆਂਗੇ। ਅਤੇ ਇਹ ਜਿਹੜੇ ਹੁਣ ਚੱਲਦੇ ਨੇ ਪ੍ਰਦਰਸ਼ਨ, ਇਹ ਇਸ ਤੋਂ ਵੱਡੇ ਵੀ ਹੋਣਗੇ ਔਰ ਇੱਕ ਵਿਰਾਟ ਰੂਪ ਲੈਣਗੇ ਔਰ ਜਿੱਥੇ ਤੁਹਾਨੂੰ ਮਜਬੂਰ ਹੋਣਾ ਪਏਗਾ। ਮੈਂ ਚਾਹੁੰਦਾ ਤੁਸੀਂ ਮਜਬੂਰ ਨਾ ਹੋਵੋ, ਵੈਸੇ ਹੀ ਵਾਪਸ ਲੈ ਲਓ ਤੇ ਚੰਗੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਵੇਖਦੇ ਹੋਏ ਸਾਊਥ ਏਸ਼ੀਅਨ ਭਾਈਚਾਰੇ ਵੱਲੋਂ ਫ੍ਰੀ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ। ਪੰਜਾਬੀਆਂ ਵਿੱਚ ਉੱਘੇ ਲੀਡਰ ਸਤਨਾਮ ਸਿੰਘ ਪਰਹਾਰ ਅਤੇ ਸਾਊਥ ਏਸ਼ੀਅਨ ਅਮਰੀਕਨ ਵਾਈਸ ਸੰਸਥਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੋਲੀਟੀਸ਼ੀਅਨ ਅਤੇ ਸਮਾਜ ਸੇਵੀ ਲੋਕਾਂ ਨੇ ਭਾਗ ਲਿਆ। ਪੇਸ਼ ਹੈ ਮਨੀਸ਼ ਬਿਆਲਾ ਦੀ ਇੱਕ ਖਾਸ ਰਿਪੋਰਟ। ਅਮਰੀਕਾ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿੱਚ ਖਾਸ ਤੌਰ ਤੇ ਇੱਕ ਇਵੈਂਟ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਨੂੰ ਜਾਗਰੂਕ ਕਰਨ ਦੇ ਲਈ ਅਤੇ ਉਹਨਾਂ ਨੂੰ ਸੁਰੱਖਿਆ ਦੇ ਲਈ ਫ੍ਰੀ ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡੇ ਗਏ। ਕੁਈਨਸ ਦੇ ਏਰੀਆ ਦੇ ਵਿੱਚ ਹੈਗੇ ਆ, ਇੱਥੇ ਸਾਊਥ ਏਸ਼ੀਅਨ ਅਮਰੀਕਨ ਵੌਇਸ ਵੱਲੋਂ ਜਿਹੜਾ ਇੱਕ ਪ੍ਰੋਗਰਾਮ ਉਲੀਕਿਆ ਗਿਆ ਕੋਰੋਨਾ ਵਾਇਰਸ ਦੇ ਕਰਕੇ। ਭਾਵੇਂ ਕੋਰੋਨਾ ਵਾਇਰਸ ਜਿਹੜਾ ਕਹਿੰਦੇ ਸਨ ਕਿ ਅਮਰੀਕਾ ਦੇ ਵਿੱਚ ਖਤਮ ਹੋ ਚੁੱਕਾ ਹੈ, ਪਰ ਦੂਸਰੀ ਵੇਵ ਜਿਹੜੀ ਹੈਗੀ ਹੈ ਉਹ ਸਾਡੇ ਦਰਵਾਜ਼ੇ ਦੇ ਉੱਤੇ ਖੜੀ ਹੈਗੀ ਹੈ। ਕੇਸ ਜਿਹੜੇ ਨੇ ਲਗਾਤਾਰ ਰੇਜ਼ ਹੋ ਰਹੇ ਨੇ, ਉਹਨਾਂ 'ਚ ਵਾਧਾ ਹੋ ਰਿਹਾ। ਇਸ ਕਰਕੇ ਫਿਰ ਇੱਕ ਵਾਰੀ ਸਾਡਾ ਭਾਈਚਾਰਾ ਜਿਹੜਾ ਹੈਗਾ ਇੱਥੋਂ ਦੇ ਲੋਕਲ ਭਾਈਚਾਰਿਆਂ ਦੇ ਨਾਲ ਰਲ ਕੇ ਅੱਜ ਇੱਕ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਮਾਸਕ ਵੰਡੇ ਜਾਣ, ਸੈਨੀਟਾਈਜ਼ਰ ਵੰਡਿਆ ਜਾਵੇ, ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਦਿੱਤੀਆਂ ਜਾਣ ਤਾਂ ਜੋ ਇਸ ਵੇਵ ਨੂੰ ਅਸੀਂ ਕੰਟਰੋਲ ਕਰ ਸਕੀਏ, ਰੋਕ ਸਕੀਏ। ਸਾਡਾ ਭਾਈਚਾਰਾ ਹਮੇਸ਼ਾ ਇਸ ਚੀਜ਼ ਵਾਸਤੇ ਅੱਗੇ ਰਹਿੰਦਾ, ਉਹ ਹਮੇਸ਼ਾ ਕੋਸ਼ਿਸ਼ ਕਰਦਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇ, ਹਮੇਸ਼ਾ ਇਹ ਕੋਸ਼ਿਸ਼ ਕੀਤੀ ਜਾਵੇ ਜਿਹਦੇ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਸੋ ਅੱਜ ਸਾਡੇ ਨਾਲ ਸਰਦਾਰ ਸਤਨਾਮ ਸਿੰਘ ਪਰਹਾਰ ਜੀ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਪਰਹਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੀਸ਼ ਜੀ, ਫਸਟ ਥਿੰਗ ਥੈਂਕ ਯੂ ਵੈਰੀ ਮੱਚ ਫॉर ਕਮਿੰਗ। ਜਦੋਂ ਵੀ ਤੁਹਾਨੂੰ ਅਸੀਂ ਕਦੇ ਆਵਾਜ਼ ਮਾਰੀ ਆ, ਤੁਸੀਂ ਸਾਨੂੰ ਭਰਵਾਂ ਅੰਗਵਾਰਾ ਦਿੱਤਾ, ਜਿਹਦੇ ਅਸੀਂ ਬਹੁਤ ਬਹੁਤ ਥੈਂਕਫੁਲ ਹਾਂ। ਇਹ ਜਿਹੜਾ ਪ੍ਰੋਗਰਾਮ ਕਰ ਰਹੇ ਅਸੀਂ, ਇਹ ਮਾਸਕਾਂ ਬਿਕਾਜ਼ ਪੈਂਡੈਮਿਕ ਟਾਈਮ ਲਈ
ਸਾਨੂੰ ਲੋਕਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ ਇਸ ਵੇਲੇ। ਬਹੁਤ ਲੋਕ ਤੁਸੀਂ ਇੱਥੇ ਦੇਖ ਰਹੇ ਆ ਉਹ ਮਾਸਕ ਦੀ, ਹੈਂਡ ਸੈਨੀਟਾਈਜ਼ਰ ਦੀ ਬਹੁਤੀ ਧਿਆਨ ਨਹੀਂ ਕਰ ਰਹੇ। ਤਾਂ ਸਾਡੀ ਇਹ ਵਿਚਾਰ ਹੈ ਕਿ ਸਾਰਿਆਂ ਨੂੰ ਥੋੜ੍ਹਾ ਬਹੁਤਾ ਜਾਗਰੂਕ ਕੀਤਾ ਜਾਵੇ ਤਾਂ ਕਿ ਅਸੀਂ ਉਸ ਪੈਂਡੈਮਿਕ ਸੀਜ਼ਨ ਤੋਂ, ਇਸ ਭਿਆਨਕ ਬਿਮਾਰੀ ਤੋਂ ਬਚ ਸਕੀਏ। ਅਤੇ ਇਹਦੇ ਵਿੱਚ ਇੱਕੋ ਹੀ ਇਲਾਜ ਹੈ ਜੀ, ਆਪਣਾ ਇਲਾਜ ਅਸੀਂ ਆਪ ਹੀ ਕਰਨਾ। ਜੇ ਅਸੀਂ ਆਪ ਨਹੀਂ ਧਿਆਨ ਆਪਣਾ ਕਰਾਂਗੇ ਤਾਂ ਕਿਸੇ ਨੇ ਨਹੀਂ ਆਉਣਾ। ਨੋ ਡਾਕਟਰਸ, ਨੋ ਮੈਡੀਕਲ। ਸੋ ਇਹਨਾਂ ਨਾਲ ਹੀ ਮੈਂ ਕਹਿੰਦਾ once again thank you very much। ਸੋ ਮੇਰੇ ਨਾਲ ਇਸ ਵੇਲੇ ਹੈਗੇ ਨੇ ਮਿਸ ਰਾਣਾ ਬਿੰਦਾ ਅਤੇ ਇਹ ਇਸ ਵੇਲੇ ਇਹ ਵੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਇੱਥੇ ਰਿਪਰੈਜ਼ੈਂਟ ਕਰ ਰਹੇ ਨੇ। ਰਾਣਾ, ਵੈਲਕਮ ਟੂ ਚੜ੍ਹਦੀ ਕਲਾ ਟਾਈਮ ਟੀਵੀ। ਸਤਿ ਸ਼੍ਰੀ ਅਕਾਲ ਜੀ। So now again the South Asian community is out and they are serving the community. What you will be say about that? Well, our community suffered quite a bit over the COVID pandemic, and because we are already part of our mission is to serve the community, civic engagement, and empower, we were able to partner with the Queensborough President's Office, Senator John Liu, who's one of our Asian representatives in the State Senate, Congressman Tom Swazi, and Councilmember Rory Lantzman to continue to give food and PPE to people in our community, and we've been moving it around. We have such a diverse, rich culture. As you can see here, how beautiful everyone is today and how dedicated they are, to, especially to our faith. So we've been moving it around various different religious institutions to really get to the people who have been engaged with their volunteers as well, because we've been relying on these institutions over the pandemic. So we're helping empower, bringing more supplies. So how many packets you are going to distribute today? Today we have several hundreds, and we've been also distributing food, several hundreds of boxes of food over the past several months. And this is just part of our overall mission, because really what we're striving to do is to have one unified voice for the South Asian community, working with South Voice and working with all of the stakeholders, the business, the nonprofits like here today, but also the media. So thank you for giving us that voice and for covering the work that we're doing. A lot of it goes unsung, and I want to thank the volunteers as well. ਇਸ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ, ਉੱਥੇ ਹੀ ਵੱਡੀ ਗਿਣਤੀ ਵਿੱਚ ਰਾਜਨੀਤਿਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਪੰਜਾਬੀਆਂ ਦੇ ਹਰਮਨ ਪਿਆਰੇ ਕਾਂਗਰਸਮੈਨ ਟੌਮ ਸਵਾਜੀ ਜੀ ਮੇਰੇ ਨਾਲ ਹੈਗੇ ਨੇ। ਟੌਮ ਸਵਾਜੀ ਜਿਹੜੇ ਨੇ ਪੰਜਾਬੀਆਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਕੋਈ ਪਰਿਚੈ ਦੀ ਉਹਨਾਂ ਨੂੰ ਲੋੜ ਨਹੀਂ ਹੈਗੀ, ਕਿਉਂਕਿ ਜਿਹੜਾ ਵੀ ਪੰਜਾਬੀਆਂ ਦਾ ਇਵੈਂਟ ਹੁੰਦਾ ਉਹਦੇ ਵਿੱਚ ਹਮਾ ਕੇ ਪਹੁੰਚਦੇ ਨੇ। ਟੌਮ, ਵੈਲਕਮ ਟੂ ਚੜ੍ਹਦੀ ਕਲਾ। Thank you very much, Danjavat. Sat Sri Akal. It's very nice to see everybody. Thank you so much. Tom, first of all, we are few weeks away from the election. What's your message for South Asian community especially? You know, the South Asian Americans have done so much to make America a better country. They've contributed so much with hard work and support for their families and education and support for their communities. And it's very important that people get out and vote. That's the most important thing, is that people participate. Because the problem with democracy today is not enough people are participating. So the more they participate, the better. And regardless of who they vote for, they have to make sure they vote for me. Definitely. So, second thing, now the people are talking about the second wave actually, and they are just talking and they are planning. But the South Asian community again on the street, and they are distributing the mask and sanitizer and the needing things. So what you will be say about that initiative which took by the South Asian community? It's wonderful that they're doing that. You know, the coronavirus can be beaten. It can be beaten if we just follow the rules. So we just have to make sure that we're doing everything we can to make sure that people stay safe. And that requires us to wear our masks. That requires people to be socially distant. And you should have your mask on right now. and that requires us to have testing and contact tracing. ਸੋ ਮੇਰੇ ਨਾਲ ਇਸ ਵੇਲੇ ਹੈਗੇ ਨੇ ਸੈਨੇਟਰ ਜੌਨ ਲੀ। ਇਹ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਫੇਮਸ ਨੇ ਅਤੇ ਕਹਿ ਸਕਦੇ ਗੁਰੂ ਘਰ ਹੋਵੇ, ਮਸਜਿਦ ਹੋਵੇ, ਮੰਦਿਰ ਹੋਵੇ, ਹਰ ਜਗ੍ਹਾ ਦੇ ਉੱਤੇ ਇਹ ਹੁੰਦੇ ਨੇ। ਕਮਿਊਨਿਟੀ ਇਵੈਂਟ ਦੇ ਉੱਤੇ ਅੱਜ ਫੇਰ ਆਏ ਨੇ ਜਿੱਥੇ ਅੱਜ ਅਸੀਂ ਕਮਿਊਨਿਟੀ ਨੂੰ ਯਾਦ ਸਰਵ ਕਰ ਰਹੇ ਹਾਂ। ਸੈਨੇਟਰ, ਵੈਲਕਮ ਟੂ ਚੜ੍ਹਦੀ ਕਲਾ। Yeah, well, thank you. And I'm always happy to be over right here at Gurdwara Sant Sagar with SAA Voice. This is a community event that SAA Voice has organized to provide personal protective equipment, PPEs, to the community, and to encourage the community to be active and vocal, including taking part in the census and voting in the election that's only about 5.5 weeks away. And it's great because not only do we have community leaders here, we also have young people, our next generation, who really care about what's happening and are doing everything they can to help keep people safe.
Senator, we are just few weeks away from the election. What's your message to the South Asian community? Because the South Asian community is the main pillar of American democracy, and we have to be voted. Well, South Asians know all about democracy. They certainly know about democracy back in the homeland, but we have democracy here as well. So in these 5 weeks until the general election, there is one main message, that is vote. But I'm going to throw 3 messages in there. Number 1, stop the virus. Stop the virus by wearing masks and maintaining social distancing and keeping your family and your friends safe. Number 2, census. Census. There's only a few days left. And even though it might be extended until October, why wait until October? Just do it now. Just do it in September. Get counted. And third, the election is, we could not have a bigger choice, a bigger contrast in the choices that we have for president. Please vote. Please vote on November 3rd. It's the only way to make our voice heard. And it's not just for president. It's also for Congress members. And it's also for state legislators, including myself. So everybody should be out there to vote on November 3rd. Thank you so much, and all the best for your elections also. Thank you. Thank you. ਸਾਡੇ ਨਾਲ ਹੈਗੇ ਨੇ ਜਸਬੀਰ ਜੈ ਸਿੰਘ ਜੀ। ਅਗਰ ਗੱਲ ਕੀਤੀ ਜਾਵੇ ਪੰਜਾਬੀ ਮੀਡੀਆ ਦੇ ਵਿੱਚ ਨਿਊਯਾਰਕ ਦੇ ਵਿੱਚ ਇਹ ਇੱਕ ਮੰਨਿਆ ਪਰਮੰਨਿਆ ਨਾਮ ਹੈਗਾ। ਹਿੰਦੁਸਤਾਨੀ ਅਖਬਾਰ ਜਿਹੜਾ ਇਹਨਾਂ ਦਾ ਨਿਕਲਦਾ ਅਤੇ ਉਹਦੇ ਵਿੱਚ ਇਹ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਅਸੀਂ ਆਪਣੇ ਭਾਈਚਾਰੇ ਨੂੰ ਜਿਹੜਾ ਅਵੇਅਰ ਕਰ ਸਕੀਏ, ਅਪਗ੍ਰੇਡ ਕਰ ਸਕੀਏ। ਜਸਪੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਤੇ ਅੱਜ ਆਪਣੀ ਕਮਿਊਨਿਟੀ ਨੂੰ ਕਿਸ ਤਰੀਕੇ ਨਾਲ ਅਵੇਅਰ ਕਰੋਗੇ? ਸੈਕੰਡ ਵੇਵ ਜਿਹੜੀ ਹੈ ਕਰੋਨਾ ਵਾਇਰਸ ਦੀ ਉਹ ਸਾਡੇ ਦਰਵਾਜ਼ੇ ਤੇ ਖੜੀ ਹੈ, ਕੀ ਕਹਿਣਾ ਚਾਹੋਗੇ? ਥੈਂਕ ਯੂ ਮਨੀਸ਼ ਜੀ ਤੇ ਚੜ੍ਹਦੀ ਕਲਾ ਦਾ। ਅੱਜ ਅਸੀਂ ਸੰਤ ਸਾਗਰ ਗੁਰਦੁਆਰਾ ਸਾਹਿਬ ਦੇ ਬਾਹਰ ਹੈਗੇ ਹਾਂ ਤੇ ਸੰਜੀਵ ਜਿੰਦਲ ਜੀ ਮੇਰੇ ਨਾਲ ਨੇ ਜੋ ਕੌਂਸਲ ਵਾਸਤੇ ਇਸੇ ਇਲਾਕੇ 'ਚੋਂ ਰਨ ਕਰ ਰਹੇ ਨੇ। ਸੈਕੰਡ ਵੇਵ ਵਾਸਤੇ ਜ਼ਰੂਰੀ ਹੈ ਮਾਸਕ ਪਾਉਣਾ, ਹੱਥ ਧੋਣੇ ਤੇ ਇਕੱਠ 'ਚ ਸੋਸ਼ਲ ਡਿਸਟੈਂਸ ਰੱਖਣਾ, ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਤੁਹਾਡੇ ਕੈਮਰੇ ਦੇ ਅੱਗੇ ਆ ਰਹੇ ਸੀ ਤੇ ਮੈਂ ਮਾਸਕ ਉਤਾਰਿਆ, ਮੈਂ ਮਾਫੀ ਚਾਹਾਂਗਾ, ਲੇਕਿਨ ਮਾਸਕ, ਸੋਸ਼ਲ ਡਿਸਟੈਂਸਿੰਗ ਤੇ ਹੈਂਡ ਵਾਸ਼, ਜੇ 3 ਚੀਜ਼ਾਂ ਅਸੀਂ ਕਰ ਲਈਏ ਤੇ ਬਹੁਤ ਬਚਾਅ ਹੋ ਸਕਦਾ ਹੈ। ਇਹ ਆਪਣੇ ਆਪ 'ਚ ਜ਼ਰੂਰੀ ਹੈਗਾ। ਸੰਜੀਵ ਜਿੰਦਲ ਜੀ, ਤੁਸੀਂ ਸਾਡੇ ਕੋਲ ਸਰਪ੍ਰਾਈਜ਼ ਰੱਖਿਆ, ਤੁਸੀਂ ਸਾਨੂੰ ਦੱਸਿਆ ਨਹੀਂ ਤੁਸੀਂ ਇਲੈਕਸ਼ਨ ਦੇ ਵਿੱਚ ਜਿਹੜੇ ਖੜ ਰਹੇ ਹੋ। ਕਹਿੰਦੇ ਕਿ ਮੀਡੀਆ ਨੇ ਖਬਰ ਸਾਡੇ ਕੋਲ ਸਪਰੈਡ ਕੀਤੀ ਹੈ ਜਸਪੀਰ ਜੀ ਨੇ। ਚਲੋ ਤੁਹਾਨੂੰ ਕੰਗ੍ਰੈਚੁਲੇਸ਼ਨ, ਬਹੁਤ ਬਹੁਤ ਵਧਾਈਆਂ ਤੇ ਸ਼ੁਭ ਕਾਮਨਾਵਾਂ ਕਿ ਤੁਸੀਂ ਇਸ ਜਿਹੜੀ ਹੈਗੀ ਹੈ ਇਲੈਕਸ਼ਨ ਇਹਦੇ ਵਿੱਚ ਸਕਸੈਸ ਹਾਸਲ ਕਰੋ। ਕੀ ਕਹਿਣਾ ਚਾਹੋਗੇ ਆਪਣੀ ਕਮਿਊਨਿਟੀ ਨੂੰ? ਐਜ਼ ਪਰ ਰਿਕੁਐਸਟਡ ਕਿ ਮੈਨੂੰ ਮਾਸਕ ਉਤਾਰਨਾ ਪੈ ਰਿਹਾ ਹੈ। ਤੁਹਾਡਾ ਭਰਾ ਛੋਟਾ ਸੰਜੀਵ ਜਿੰਦਲ ਇਸ ਨਿਊਯਾਰਕ ਸਿਟੀ ਕਾਉਂਸਲ ਡਿਸਟ੍ਰਿਕਟ 23 ਤੋਂ ਇਲੈਕਸ਼ਨ ਲੜ ਰਿਹਾ। ਤੁਹਾਡੀਆਂ ਸਾਰਿਆਂ ਦੀਆਂ ਬਲੈਸਿੰਗ ਚਾਹੀਦੀਆਂ ਨੇ, ਪਰ ਇਸ ਤੋਂ ਵੀ ਪਹਿਲਾਂ ਅਸੀਂ ਗੁਰੂ ਘਰ ਸੰਤ ਸਾਗਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਹ ਮਾਣ ਬਖਸ਼ਿਆ ਕਿ ਸਾਵਾ ਇੱਥੇ ਆ ਕੇ ਆਪਣਾ ਟੇਬਲ ਸੈਟਅਪ ਕਰਕੇ ਸੈਂਸਸ ਬਾਰੇ ਅਵੇਅਰ ਕਰ ਸਕੇ ਤੇ ਮਾਸਕ ਤੇ ਸੈਨੀਟਾਈਜੇਸ਼ਨ ਜਿਹੜੀ ਹੈ ਉਹ ਡਿਸਟ੍ਰੀਬਿਊਟ ਕੀਤੀ ਹੈ ਇਹਨਾਂ ਨੇ। ਅੱਜ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਸ ਕੰਮ ਨੂੰ ਕਰਨ ਵਾਸਤੇ। ਰਾਂਡਾ ਬਿੰਡਾ, ਸਤਨਾਮ ਸਿੰਘ ਪ੍ਰਹਾਰ, ਜੇ ਸਿੰਘ ਜੀ, ਪੀਯੂਸ਼ ਪਟੇਲ ਜੀ, ਅਹਿਮਦ ਸ਼ਕੀਰ ਜੀ, ਇਹ ਸਾਰੇ ਸਾਡੇ ਕਮਿਊਨਿਟੀ ਦੇ ਲੀਡਰ ਨੇ, ਸਾਰੇ ਇੱਥੇ ਸਾਡੇ ਨਾਲ ਮੌਜੂਦ ਨੇ ਅੱਜ। ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸ਼ੇਅਰ ਕਰਨਾ ਚਾਹੁੰਦਾ ਮੇਰੀ ਕਮਿਊਨਿਟੀ ਦੇ ਨਾਲ ਉਹ ਇਹ ਹੈ ਕਿ ਸੈਕਿੰਡ ਵੇਵ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੇ ਸਾਡੀ ਅਥਾਰਟੀਜ਼ ਨੇ ਸਟੇਟ ਲੈਵਲ ਦੀਆਂ ਉਹ ਦੇਖ ਰਹੇ ਨੇ ਕਿ ਇਹ ਜਿਹੜੀ ਵੇਵ ਹੈ ਕਿਸ ਤਰੀਕੇ ਨੂੰ ਇਫੈਕਟ ਕਰ ਸਕਦੀ ਹੈ ਸਾਡੀ ਕਮਿਊਨਿਟੀ ਨੂੰ। ਸੋ ਪਲੀਜ਼ ਮੇਰੀ ਸਾਰਿਆਂ ਅੱਗੇ ਦਰਖਾਸਤ ਹੈ ਕਿ ਸਾਰੇ ਬੰਦੇ ਫੇਸ ਮਾਸਕ ਲਗਾ ਕੇ ਚੱਲੋ ਤਾਂ ਕਿ ਅਸੀਂ ਘੱਟੋ ਘੱਟ 50 to 60% ਫੇਸ ਮਾਸਕ ਨਾਲ ਅਵੋਇਡ ਕਰ ਸਕਦੇ ਹਾਂ ਕੋਵਿਡ-19 ਦੀ ਸਿਚੁਏਸ਼ਨ। ਪਲੱਸ ਜਿਹੜਾ ਸੈਨੀਟਾਈਜੇਸ਼ਨ ਹੈਗਾ, ਸੈਨੀਟਾਈਜੇਸ਼ਨ ਯੂਜ਼ ਕਰੋ, ਅਵੋਇਡ ਕਰੋ ਹੈਂਡਸ਼ੇਕ ਕਰਨਾ ਜਿੰਨਾ ਕਰ ਸਕਦੇ ਹੋ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਦੀ ਕੋਸ਼ਿਸ਼ ਕਰੋ। ਇੱਕ ਸਭ ਤੋਂ ਵੱਡੀ ਗੱਲ, ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਅਸੀਂ ਗ੍ਰੀਟਿੰਗ ਕਰਨਾ ਚਾਹੁੰਦੇ ਹਾਂ। ਯੈਸ, ਡੈਫੀਨੇਟਲੀ ਸਾਡੇ ਭਰਾ ਨੇ, ਸਾਡੀਆਂ ਭੈਣਾਂ ਨੇ, ਸਾਨੂੰ ਗ੍ਰੀਟਿੰਗ ਕਰਨਾ ਸਾਡਾ ਫਰਜ਼ ਬਣਦਾ ਹੈ। ਅਸੀਂ ਸਭ ਦੀ ਸਲਾਮਤੀ ਦੀ ਦੁਆ ਮੰਗਦੇ ਹਾਂ ਤੇ ਗ੍ਰੀਟਿੰਗ ਅਸੀਂ ਦੋਨੇ ਹੱਥ ਜੋੜ ਕੇ ਵੀ ਕਰ ਸਕਦੇ ਹਾਂ ਜਾਂ ਐਲਬੋ ਨਾਲ ਕਰ ਸਕਦੇ ਹਾਂ। ਕੋਸ਼ਿਸ਼ ਕਰੋ ਜਿੰਨਾ ਵੀ ਹੋ ਸਕੇ ਪਰਹੇਜ਼ ਕਰੋ ਇੱਕ ਦੂਸਰੇ ਦੇ ਪਰਸਨਲ ਕੰਟੈਕਟ ਆਉਣ ਦੇ ਵਿੱਚ। ਤੇ ਇਹਦੇ ਨਾਲ ਹੀ ਸਭ ਤੋਂ ਵੱਡਾ ਉਪਰਾਲਾ ਜਿਹੜਾ ਚੜ੍ਹਦੀ ਕਲਾ TV ਮਨੀਸ਼ ਬਿਆਲਾ ਜੀ ਹਰ ਟਾਈਮ ਹਰ ਮੌਕੇ ਤੇ ਪਹੁੰਚ ਜਾਂਦੇ ਨੇ, ਇਹਨਾਂ ਦਾ ਬਹੁਤ ਵੱਡੀ ਦੇਣ ਹੈ ਸਾਡੀ ਕਮਿਊਨਿਟੀ ਨੂੰ। ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮਨੀਸ਼ ਬਿਆਲਾ ਜੀ ਦਾ। ਥੈਂਕ ਯੂ। ਚੜ੍ਹਦੀ ਕਲਾ ਟਾਈਮ TV ਲਈ ਨਿਊਯਾਰਕ ਤੋਂ ਕੈਮਰਾਮੈਨ ਉਪਕਾਰ ਵਿੰਨੀ ਦੇ ਨਾਲ ਮਨੀਸ਼ ਬਿਆਲਾ ਦੀ ਰਿਪੋਰਟ।
ਚੜ੍ਹਦੀ ਕਲਾ ਟਾਈਮ ਟੀਵੀ ਦੇ ਦਰਸ਼ਕਾਂ ਨੂੰ ਜਲਦੀ ਹੀ ਇੱਕ ਖੁਸ਼ੀਆਂ ਤੇ ਸਕੂਨ ਭਰਿਆ ਮੌਕਾ ਨਸੀਬ ਹੋਵੇਗਾ ਜਦੋਂ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਤੋਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਦੇ ਦੀਵਾਨ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਘਰ ਬੈਠਿਆਂ ਹੀ ਉਹ ਸੁਣ ਸਕਣਗੇ ਅਤੇ ਵੇਖ ਸਕਣਗੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਇਹ ਖੁਸ਼ੀ ਸਾਂਝੀ ਕਰਦਿਆਂ ਸ਼ੁਰੂ ਹੋਣ ਵਾਲੇ ਇਸ ਸਿੱਧੇ ਪ੍ਰਸਾਰਣ ਬਾਰੇ ਜਾਣਕਾਰੀ ਦਿੱਤੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ CEO ਸਰਦਾਰ ਹਰਪ੍ਰੀਤ ਸਿੰਘ ਦਰਦੀ ਜੀ ਨੇ ਪ੍ਰਬੰਧਕ ਕਮੇਟੀ ਦਾ ਇਸ ਮੌਕੇ ਧੰਨਵਾਦ ਵੀ ਕੀਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਤੋਂ ਰੋਜ਼ਾਨਾ ਸਿੱਧੇ ਪ੍ਰਸਾਰਣ ਦਾ ਆਨੰਦ ਦਰਸ਼ਕ ਹੁਣ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਘਰ ਬੈਠਿਆਂ ਹੀ ਮਾਣ ਸਕਣਗੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਬਲਵੀਰ ਸਿੰਘ ਨਿੱਜਰ ਨੇ ਇਹ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਇਸ ਸਾਲ ਵਿਸਾਖੀ ਤੋਂ ਸ਼ੁਰੂ ਹੋ ਜਾਣੇ ਸਨ, ਪਰ ਕੋਵਿਡ-19 ਦੇ ਕਾਰਨ ਇਹ ਨਿਸ਼ਚਿਤ ਸਮੇਂ ਤੇ ਆਰੰਭ ਨਹੀਂ ਹੋ ਸਕੇ। ਪਰ ਹੁਣ ਇਹ ਸ੍ਰੀ ਗੁਰੂ ਰਾਮਦਾਸ ਜੀ ਦੇ ਆ ਰਹੇ ਪ੍ਰਕਾਸ਼ ਦਿਵਸ ਦੇ ਮੌਕੇ ਤੇ 9 ਅਕਤੂਬਰ 2020 ਤੋਂ ਬਕਾਇਦਾ ਸ਼ੁਰੂ ਹੋ ਜਾਣਗੇ। ਉਹਨਾਂ ਕਿਹਾ ਹੈ ਕਿ ਹੁਣ ਸੰਗਤਾਂ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਗੁਰਦੁਆਰਾ ਸਾਹਿਬ ਦੇ ਦੀਵਾਨ ਸਵੇਰ ਸ਼ਾਮ ਸਰਵਣ ਕਰ ਸਕਣਗੀਆਂ। ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ CEO ਸਰਦਾਰ ਹਰਪ੍ਰੀਤ ਸਿੰਘ ਦਰਦੀ ਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸਰੀ ਦੇ ਸਮੂਹ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਜਿੱਥੇ ਸੰਗਤਾਂ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ, ਤਖਤ ਸ੍ਰੀ ਪਟਨਾ ਸਾਹਿਬ ਅਤੇ ਸਿੱਖ ਗੁਰਦੁਆਰਾ ਸੇਨਹੋਜ਼ੇ ਤੋਂ ਰੋਜ਼ਾਨਾ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਆਨੰਦ ਮਾਣ ਰਹੀਆਂ ਨੇ, ਹੁਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਤੋਂ ਵੀ ਸੰਗਤਾਂ ਘਰ ਬੈਠਿਆਂ ਹੀ ਸਿੱਧੇ ਪ੍ਰਸਾਰਣ ਦਾ ਆਨੰਦ ਮਾਣ ਸਕਣਗੀਆਂ। ਉਹਨਾਂ ਇਸ ਮੌਕੇ ਸਿੱਖ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕਾਂ ਦਾ ਸਹਿਯੋਗ ਦੇਣ ਦੀ ਬੇਨਤੀ ਵੀ ਕੀਤੀ ਤਾਂ ਜੋ ਉਹ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣਾ ਸੇਵਾ ਦਾ ਕਾਰਜ ਹੋਰ ਵੀ ਤਨਦੇਹੀ ਦੇ ਨਾਲ ਨਿਭਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ, ਕੈਨੇਡਾ 'ਚ ਵਸਦੀ ਸਿੱਖ ਕੌਮ, ਜਿੱਥੇ ਹਰ ਜਗ੍ਹਾ ਆਪਣੇ ਘਰ ਵਿੱਚ ਬੈਠਿਆਂ ਚੜ੍ਹਦੀ ਕਲਾ ਟਾਈਮ ਟੀਵੀ ਰੋਜ਼ਾਨਾ ਦੇਖਦੇ ਹੋ, ਉੱਥੇ ਆਪ ਨੂੰ ਇੱਕ ਹੋਰ ਬਹੁਤ ਅਤਿਅੰਤ ਖੁਸ਼ੀ ਹੋਏਗੀ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਕੈਨੇਡਾ ਤੋਂ 9 ਅਕਤੂਬਰ ਤੋਂ ਧੰਨ ਧੰਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਇਹ ਪ੍ਰੋਗਰਾਮ ਆਪ ਸੰਗਤਾਂ ਦੀ ਸੇਵਾ ਵਾਸਤੇ ਸਵੇਰ ਔਰ ਸ਼ਾਮ ਰੋਜ਼ਾਨਾ ਪੇਸ਼ ਕੀਤਾ ਜਾਇਆ ਕਰੇਗਾ। ਪਹਿਲਾਂ ਇਹ ਪ੍ਰੋਗਰਾਮ 13 ਅਪ੍ਰੈਲ ਨੂੰ ਆਰੰਭ ਹੋਣਾ ਸੀ, ਪਰ ਕੋਵਿਡ-19 ਦੇ ਕਰਕੇ ਇਹ ਪੋਸਟਪੋਨ ਹੋ ਗਿਆ। ਸੋ ਇਹ ਫਿਰ ਧੰਨਵਾਦੀ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਦੇ, ਜਿਨ੍ਹਾਂ ਨੇ ਉਪਰਾਲਾ ਕਰਕੇ ਇਸ ਨੂੰ ਫਿਰ ਦੁਬਾਰਾ ਸ਼ੁਰੂ ਕਰਨ ਵਾਸਤੇ ਸਾਡਾ ਸਾਥ ਦਿੱਤਾ ਹੈ। ਸੋ ਇਹ ਪ੍ਰੋਗਰਾਮ ਹੁਣ 9 ਅਕਤੂਬਰ ਤੋਂ ਆਪ ਸੰਗਤਾਂ ਦੀ ਸੇਵਾ ਵਿੱਚ ਰੋਜ਼ਾਨਾ ਸਵੇਰ ਸ਼ਾਮ ਦੇ ਦੀਵਾਨ ਜੋ ਹਨ ਉਹ ਪੇਸ਼ ਕੀਤੇ ਜਾਇਆ ਕਰਨਗੇ, ਤਾਂ ਕਿ ਆਪ ਸੰਗਤਾਂ ਘਰ ਬੈਠਿਆਂ ਗੁਰਬਾਣੀ ਦਾ ਲਾਹਾ ਲੈ ਕੇ ਆਪਣੇ ਜੀਵਨ ਵਿੱਚ ਕੁਝ ਸੇਧ ਦੇ ਸਕੋਂ, ਤਾਂ ਕਿ ਅਸੀਂ ਸੱਚ ਦੇ ਲੜ ਲਾ ਕੇ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਅਪਾਰ ਕਿਰਪਾ ਸਦਕਾ ਅਦਾਰਾ ਚੜ੍ਹਦੀ ਕਲਾ ਟਾਈਮ ਟੀਵੀ, ਜਿੱਥੇ ਰੋਜ਼ਾਨਾ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਛੋ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਆਪ ਜੀ ਤੱਕ ਲੈ ਕੇ ਆ ਰਿਹਾ ਹੈ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਆਪ ਜੀ ਸਿੱਧਾ ਪ੍ਰਸਾਰਣ ਰੋਜ਼ਾਨਾ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਵੇਖ ਰਹੇ ਹੋ। ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਤੋਂ ਰਿਕਾਰਡਡ ਪ੍ਰੋਗਰਾਮ ਤੇ ਸੈਨਹੋਜ਼ੇ ਸਿੱਖ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਹੈ। ਉੱਥੇ ਹੀ ਮੈਂ ਧੰਨਵਾਦੀ ਹਾਂ ਸਮੁੱਚੀ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦਾ, ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਲਾਈਵ ਟੈਲੀਕਾਸਟ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਤੋਂ ਕਰਨ ਦਾ। ਸਿੱਖ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਇੱਕ ਐਸਾ ਸਥਾਨ ਹੈ ਨਿਰਪੱਖ ਤੇ ਨਿਰੋਲ ਗੁਰਬਾਣੀ 'ਤੇ ਆਧਾਰਿਤ, ਜਿੱਥੋਂ ਰੋਜ਼ਾਨਾ ਸਵੇਰੇ ਸ਼ਾਮ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਹੈ ਅਤੇ ਸਮਾਜ ਸੇਵਾ ਦੇ ਕੰਮ ਵੀ ਕੀਤੇ ਜਾ ਰਹੇ ਹਨ। ਬੱਚਿਆਂ ਦੇ ਪੜ੍ਹਾਈ ਦੇ ਕਾਰਜ ਵੀ ਇੱਥੇ ਕੀਤੇ ਜਾ ਰਹੇ ਹਨ ਅਤੇ ਹੋਰ ਜਿਹੜੀਆਂ ਸਾਡੀ ਕਮਿਊਨਿਟੀ ਨੂੰ ਇੱਥੋਂ ਸੇਧ ਮਿਲਦੀ ਹੈ ਉਹ ਅਲੱਗ ਤੋਂ ਇਹਨਾਂ ਦੀ ਵਿਲੱਖਣਤਾ ਹੈ। ਕੋਵਿਡ ਦੇ ਦਿਨਾਂ ਕਰਕੇ ਜੋ ਕਾਰਜ ਵਿਸਾਖੀ ਦੇ ਦਿਹਾੜੇ ਤੋਂ ਇੱਥੋਂ ਸ਼ੁਰੂ ਹੋਣੇ ਸੀ ਲਾਈਵ ਟੈਲੀਕਾਸਟ ਨਹੀਂ ਹੋ ਸਕੇ, ਪਰ ਸਤਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਹੁਣ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਵੇਲੇ ਅਸੀਂ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਦਰਪੇਸ਼ ਇਹ ਸਿੱਧਾ ਪ੍ਰਸਾਰਣ ਰੋਜ਼ਾਨਾ ਸਵੇਰੇ ਸ਼ਾਮ ਲੈ ਕੇ ਪੁੱਜ ਰਹੇ ਹਾਂ। ਆਪ ਜੀ ਨੂੰ ਇਹ ਬੇਨਤੀ ਵੀ ਹੈ ਕਿ ਇਹ ਸਾਰੇ ਕਾਰਜਾਂ
ਨੂੰ ਸਪੋਰਟ ਕਰਨ ਲਈ ਆਪਣਾ ਸਹਿਯੋਗ ਦਿਓ, ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰੋ, ਆਪਣੀ ਐਡ ਦਿਓ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਹੱਥ ਮਜ਼ਬੂਤ ਕਰੋ ਕਿ ਇਹ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਜੋ ਦਿਨ ਰਾਤ ਸੇਵਾ ਕਰ ਰਹੇ ਹਨ, ਐਸੇ ਤਰ੍ਹਾਂ ਨਾਲ ਹੀ ਦ੍ਰਿੜ ਹੋ ਕੇ ਇਹ ਸੇਵਾ ਦੇ ਵਿੱਚ ਲੱਗੇ ਰਹਿਣ। ਮੈਂ ਹਰਪ੍ਰੀਤ ਸਿੰਘ ਦਰਦੀ, ਮੇਰੇ ਨਾਲ ਇੱਥੋਂ ਦੇ ਸਾਡੇ ਬਿਊਰੋ ਚੀਫ ਸਰਦਾਰ ਹਰਦਮ ਸਿੰਘ ਜੀ ਮਾਨ, ਸਾਰੀ ਪ੍ਰਬੰਧਕ ਕਮੇਟੀ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਤੇ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਬਿੱਧ ਬਣਾਈ ਕਿ ਅਸੀਂ ਇੱਥੇ ਸੇਵਾ ਕਾਰਜ ਕਰਨ ਲਈ ਜੋ ਉਹਨਾਂ ਨੇ ਉਦਮ ਬਖਸ਼ਿਆ, ਬਿੱਧ ਬਣਾਈ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਸਰੀ ਤੋਂ ਹਰਦਮ ਸਿੰਘ ਮਾਨ ਦੀ ਰਿਪੋਰਟ। ਅੱਜ ਦੀਆਂ ਨਾਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।